ਵਾਹਿਗੁਰੂ ਸਾਹਿਬ ਜੀ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਅਨਿਓ। ਹਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਤੁਹਾਰ, ਬਾਹੇ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਉ, ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਸੁਖਾਓ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ, ਤੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤਾਂ ਕੀ, ਧੰਨਾ ਗੋਪਾਲ ਤੇਰਾ ਆਰਤਾ। ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੇ ਕਾਜ ਸਵਾਰਤਾ। ਰਹਾਉ ਦਾਲ ਸੀਦਾ ਮੰਗੋ ਕਿਓ, ਹਮਰਾ ਖੁਸ਼ੀ ਕਰੇ ਨਿਤ ਜਿਉ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਗੋਪਾਲ ਤੇਰਾ ਆਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਪਤਿਤ ਪਾਵਨ, ਕਿਰਪਾ ਨਿਧਾਨ, ਗਰੀਬ ਨਵਾਜ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਅੰਮ੍ਰਿਤ ਵੇਲੇ ਤੋਂ ਆਪ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ, ਕੀਰਤਨ ਸ਼ਬਦ ਸਰਵਨ ਕੀਤੇ। ਪਵਿੱਤਰ ਬਾਣੀ ਸ੍ਰੀ ਆਸਾ ਦੀ ਵਾਰ, ਉਸ ਤੋਂ ਪਹਿਲਾਂ ਪੰਜ ਬਾਣੀਆਂ ਦਾ ਨਿਤਨੇਮ ਸਰਵਨ ਕਰਕੇ ਮਿਲਿਆ ਹੋਇਆ ਇਹ ਮਨੁੱਖਾ ਜਨਮ ਦਾ ਜੋ ਸਮਾਂ ਹੈ, ਇਸ ਨੂੰ ਸਫਲਾ ਬਣਾ ਰਹੇ ਹਾਂ। ਇਸ ਵੇਲੇ ਲੜੀਵਾਰ ਕਥਾ ਦੇ ਅੰਦਰ ਜੋ ਸਤਿਗੁਰੂ ਜੀ ਅੱਜ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤਾਂ ਕੀ, ਧੰਨਾ। ਤਨਾਸਰੀ ਰਾਗ ਦਾ ਨਾਮ ਹੈ।
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ 10ਵਾਂ ਰਾਗ ਲਿਖਿਆ। ਇਸ ਤੋਂ ਪਹਿਲਾਂ 9 ਰਾਗ ਆਪਾਂ ਸਰਵਣ ਕੀਤੇ। ਇਹ 10ਵਾਂ ਰਾਗ ਹੈ। ਇਸ ਤੋਂ ਅੱਗੇ ਜੈਤਸਰੀ 11ਵਾਂ ਜੋ ਰਾਗ ਹੈ ਉਹ ਪ੍ਰਾਰੰਭ ਹੋਏਗਾ। ਧਨਾਸਰੀ ਰਾਗ ਦਾ ਇਹ ਸਭ ਤੋਂ ਅਖੀਰਲਾ ਸ਼ਬਦ ਭਗਤ ਧੰਨਾ ਜੀ ਦੀ ਰਚਨਾ ਤੋਂ ਮਹਾਰਾਜ ਬਖਸ਼ਿਸ਼ ਕਰਦੇ। ਸੋ 1415 ਈਸਵੀ ਦੇ ਵਿੱਚ ਭਗਤ ਧੰਨਾ ਜੀਆਂ ਦਾ ਜਨਮ ਲਿਖਿਆ। ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਸ ਸੰਸਾਰ ਵਿੱਚ ਆਏ ਸਨ, ਉਸ ਵੇਲੇ ਭਗਤ ਧੰਨਾ ਜੀ ਦਾ ਜਨਮ ਲਿਖਿਆ ਹੈ ਕਿ ਰਾਜਸਥਾਨ ਦੇ ਇਲਾਕੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਹੈ ਅਤੇ ਤਕਰੀਬਨ 60 ਸਾਲ ਦੇ ਲਗਭਗ ਇਹਨਾਂ ਨੇ ਆਪਣੀ ਸਰੀਰਕ ਉਮਰਾਂ ਨੂੰ ਮਾਣਿਆ ਹੈ। ਸੋ 55-60 ਸਾਲ ਦੀ ਉਮਰ ਇਹਨਾਂ ਦੀ ਸਰੀਰ ਕਰਕੇ ਹੋਈ ਹੈ। ਐਸੇ ਭਗਤ ਨੇ ਧੰਨਾ ਜੀ, ਇਹ ਉਹਨਾਂ ਦਾ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਕਿ ਇਹ ਜੋ ਭਗਤ ਧੰਨਾ ਜੀ ਹਨ, ਇਹਨਾਂ ਨੂੰ ਭਗਤ ਧੰਨਾ ਜੀ ਬਣ ਕੇ ਪ੍ਰਸਿੱਧੀ ਕਿਵੇਂ ਮਿਲੀ ਹੈ, ਕਿਵੇਂ ਪ੍ਰਾਪਤੀ ਹੋਈ ਹੈ। ਉਹਦੇ ਬਾਬਤ ਇੱਕ ਬਚਨ ਲਿਖਿਆ ਹੈ ਉਹਨਾਂ ਨੇ ਆਪਣੀਆਂ ਵਾਰਾਂ ਦੇ ਵਿੱਚ, ਕਹਿਣ ਲੱਗੇ ਬਾਹਮਣ ਪੂਜੈ ਦੇਵਤੇ ਧੰਨਾ ਗਊ ਚਰਾਵਨ ਆਵੈ। ਜਿਹੜਾ ਬ੍ਰਾਹਮਣ ਹੈ ਨਾ, ਕੋਈ ਛੋਟਾ ਮੋਟਾ ਮੰਦਰ ਹੈ ਤੇ ਉਹਦੇ ਸਾਹਮਣੇ ਬੈਠਾ ਬ੍ਰਾਹਮਣ ਪੱਥਰ ਨੂੰ ਧੋਂਦਾ ਹੈ, ਧੋ ਕੇ ਫਿਰ ਧੂਪ ਧਕਾਉਂਦਾ ਹੈ, ਫਿਰ ਮੰਤਰ ਪੜ੍ਹਦਾ ਹੈ, ਫਿਰ ਫੁੱਲਾਂ ਦੀ ਵਰਖਾ ਕਰਦਾ। ਹੁਣ ਬ੍ਰਾਹਮਣ ਆਪਣੀ ਕਿਰਿਆ ਕਰਦਾ ਪਿਆ ਤੇ ਭਗਤ ਧੰਨਾ ਜੀ ਜੱਟ ਸਨ ਤੇ ਉਹ ਆਪਣੀਆਂ ਗਾਵਾਂ ਲੈ ਕੇ ਚਾਰਨ ਵਾਸਤੇ ਆ ਜਾਂਦੇ। ਭਾਈ ਸਾਹਿਬ ਜੀ ਕਹਿਣ ਲੱਗੇ ਬਾਹਮਣ ਪੂਜੈ ਦੇਵਤੇ, ਬ੍ਰਾਹਮਣ ਤੇ ਦੇਵਤਿਆਂ ਦੀ ਪੂਜਾ ਕਰਦਾ, ਮੰਤਰ ਵੀ ਪੜ੍ਹਦਾ। ਧੰਨਾ ਗਊ ਚਰਾਵਨ ਆਵੈ। ਭਾਈ ਧੰਨਾ ਜੀ, ਭਗਤ ਧੰਨਾ ਜੀ ਆਪਣੀ ਗਾਵਾਂ ਚਰਾਉਣ ਵਾਸਤੇ ਉੱਥੇ ਪਹੁੰਚ ਜਾਂਦੇ। ਧੰਨੇ ਡਿੱਠਾ ਚਲਤ ਇਹੋ, ਪੁੱਛੈ ਬਾਹਮਣ ਆਖ ਸੁਣਾਵੈ। ਇਹ ਸਾਰਾ ਕੁਝ ਭਗਤ ਧੰਨੇ ਨੇ ਵੇਖਿਆ ਵੀ ਇਹ ਰੋਜ਼ ਉੱਠਦਾ, ਰੋਜ਼ ਪੱਥਰ ਦਾ ਇਸ਼ਨਾਨ ਕਰਵਾਉਂਦਾ, ਰੋਜ਼ ਇਹ ਫੁੱਲ ਅਰਪਦਾ, ਰੋਜ਼ ਧੂਪ ਧਕਾਉਂਦਾ, ਰੋਜ਼ ਮੰਤਰ ਪੜ੍ਹਦਾ। ਇਹ ਕਾਹਦੇ ਵਾਸਤੇ ਆ? ਮਨ ਵਿੱਚ ਸਵਾਲ ਪੈਦਾ ਹੋ ਗਿਆ ਵੀ ਪੁੱਛ ਲਈਏ। ਜਾ ਕੇ ਬ੍ਰਾਹਮਣ ਨੂੰ ਪੁੱਛ ਹੀ ਲਿਆ। ਕਹਿਣ ਲੱਗੇ ਵੀ ਇਹ ਤੂੰ ਰੋਜ਼ ਕਿਰਿਆ ਕਰਦਾ, ਇਹਦਾ ਭਾਵ ਕੀ ਹੈ, ਇਹਦੇ ਨਾਲ ਕੀ ਹੁੰਦਾ ਹੈ? ਜਦੋਂ ਇਹ ਪੁੱਛਿਆ ਤੇ ਫਿਰ ਉਸਨੇ ਅੱਗੋਂ ਜਵਾਬ ਦਿੱਤਾ। ਕਹਿਣ ਲੱਗਾ ਵੀ ਹੁੰਦਾ ਕੀ ਹੈ? ਉਹ ਬ੍ਰਾਹਮਣ ਦੱਸਣ ਲੱਗਾ। ਉਸਨੇ ਫਿਰ ਦੱਸਿਆ, ਕਹਿਣ ਲੱਗਾ ਠਾਕੁਰ ਦੀ ਸੇਵਾ ਕਰੈ, ਜੋ ਇੱਛੇ ਸੋਈ ਫਲ ਪਾਵੈ। ਜਿਹੜਾ ਮੈਂ ਕੰਮ ਕਰਦਾ ਪਿਆ ਨਾ, ਪੱਥਰ ਦਾ ਇਸ਼ਨਾਨ ਕਰਵਾਉਂਦਾ ਹਾਂ, ਫੁੱਲ ਭੇਟ ਕਰਦਾ ਹਾਂ, ਧੂਪ ਧਕਾਉਂਦਾ ਹਾਂ, ਘੰਟੀ ਵਜਾਉਂਦਾ ਹਾਂ, ਟੱਲੀ ਵਗੈਰਾ ਵਜਾਉਂਦਾ, ਮੰਤਰ ਪੜ੍ਹਦਾ, ਇਹਦੇ ਨਾਲ ਠਾਕੁਰ ਦੀ ਪੂਜਾ ਹੁੰਦੀ ਹੈ। ਜਦੋਂ ਠਾਕੁਰ ਮੇਰੇ ਤੇ ਖੁਸ਼ ਹੋ ਜਾਏਗਾ, ਫਿਰ ਜਿਹੜੀ ਚੀਜ਼ ਮੈਂ ਮੰਗਾਂਗਾ ਉਹ ਮੈਨੂੰ ਮਿਲ ਜਾਏਗੀ। ਭਗਤ ਧੰਨਾ ਜੀ ਨੇ ਪੁੱਛਿਆ ਨਾ ਵੀ ਤੂੰ ਇਹ ਪੂਜਾ ਕਿਉਂ ਕਰਦਾ? ਉਹ ਕਹਿੰਦਾ ਇਸ ਵਾਸਤੇ ਕਰਦਾ ਵੀ ਇਹ ਠਾਕੁਰ ਮੇਰੇ ਤੇ ਖੁਸ਼ ਹੋਵੇਗਾ। ਖੁਸ਼ ਹੋਵੇਗਾ ਤੇ ਫਿਰ ਮੈਂ ਜਿਹੜੀ ਚੀਜ਼ ਮੰਗਾਂਗਾ ਨਾ ਉਹ ਮਿਲੇਗੀ ਮੈਨੂੰ, ਇਸ ਕਰਕੇ ਮੈਂ ਇਹਦੀ ਪੂਜਾ ਕਰਦਾ ਹਾਂ। ਧੰਨਾ ਕਰਦਾ ਜੋਦੜੀ ਮੈਂ ਭੇ ਦੇਹ ਇੱਕ ਜੇ ਤੁਧ ਭਾਵੈ। ਭਗਤ ਧੰਨੇ ਨੇ ਸੋਚਿਆ ਵੀ ਮੈਂ ਤੇ ਜ਼ਿਮੀਂਦਾਰ ਹਾਂ, ਮੇਰੇ ਕੋਲ ਤੇ ਕੰਮ ਹੀ ਬੜੇ ਨੇ, ਖੂਹ ਵੀ ਚਲਾਉਣਾ, ਖੇਤ ਵੀ ਵਾਹੁਣਾ, ਫਸਲ ਵੀ ਬੀਜਣੀ ਹੈ, ਫਸਲ ਕੱਟਣੀ ਵੀ ਹੈ, ਗਾਵਾਂ ਵੀ ਚਰਾਉਣੀਆਂ, ਕਈ ਕੁਝ ਹੀ ਕਰਨਾ ਹੈ। ਇਹ ਬ੍ਰਾਹਮਣ ਜਿਹੜਾ ਹੈ ਇੱਥੇ ਬੈਠਾ, ਇਹ ਪੱਥਰ ਦੀ ਪੂਜਾ ਕਰਦਾ ਹੈ, ਬੈਠਿਆ ਹੀ ਇਹਦੇ ਕੰਮ ਹੋਈ ਜਾਂਦੇ, ਮੈਨੂੰ ਸਾਰਾ ਦਿਨ ਆਪ ਖਪਣਾ ਪੈਂਦਾ। ਕਹਿਣ ਲੱਗਾ ਵੀ ਫਿਰ ਇੱਦਾਂ ਕਰ ਵੀ ਤੇਰੇ ਕੋਲ ਤੇ ਠਾਕੁਰ ਬਥੇਰੇ ਪਏ ਨੇ, ਇਹਦੇ ਵਿੱਚੋਂ ਇੱਕ ਮੈਨੂੰ ਦੇ ਦੇ, ਤਾਂ ਕਿ ਮੈਂ ਵੀ ਉਹਦੀ ਪੂਜਾ ਕਰਕੇ ਆਪਣਾ ਕੰਮ ਬਣਾ ਲਵਾਂ ਜਾਂ ਆਪਣਾ ਕੰਮ ਕਰਵਾ ਲਵਾਂ। ਪੱਥਰ ਇੱਕ ਲਪੇਟ ਕਰ। ਜਦੋਂ ਫਿਰ ਬਹੁਤਾ ਹੀ ਭਗਤ ਧੰਨਾ ਜੀ ਮਗਰ ਪੈ ਗਿਆ ਨਾ ਵੀ ਨਹੀਂ, ਮੈਨੂੰ ਠਾਕੁਰ ਦੇਣਾ ਹੀ ਪੈਣਾ, ਦੇਣਾ ਹੀ ਪੈਣਾ। ਉਹ ਪੰਡਤ ਬੜਾ ਚਲਾਕ ਸੀ, ਉਹਨੇ ਵੇਖਿਆ ਵੀ ਇਹਦੇ ਕੋਲ ਗਾਵਾਂ ਬਹੁਤ ਜ਼ਿਆਦੀਆਂ ਨੇ ਔਰ ਕੁਝ ਗਾਵਾਂ ਤੇ ਬੜੀਆਂ ਚੰਗੀਆਂ ਨਸਲ ਦੀਆਂ ਨੇ, ਲਵੇਰੀਆਂ ਨੇ। ਉਹਨੇ ਫਿਰ ਸ਼ਰਤ ਰੱਖੀ, ਕਹਿਣ ਲੱਗਾ ਵੀ ਤੈਨੂੰ ਇੱਕ ਗਾਂ ਦੇਣੀ ਪਏਗੀ, ਇਹ ਠਾਕੁਰ ਐਵੇਂ ਨਹੀਂ ਮਿਲਦਾ। ਜੇ ਤੂੰ ਠਾਕੁਰ ਲੈ ਕੇ ਜਾਣਾ ਹੈ ਤੇ ਇੱਕ ਆਪਣੀ ਵਧੀਆ ਦੁੱਧ ਦੇਣ ਵਾਲੀ ਗਾਂ ਇੱਥੇ ਮੈਨੂੰ ਭੇਟ ਕਰ।
ਤੇ ਫਿਰ ਤੂੰ ਇਹ ਪੱਥਰ ਲਿਜਾ ਕੇ ਇਹਦੀ ਪੂਜਾ ਕਰ ਸਕਦਾ। ਤੇ ਭਗਤ ਧੰਨਾ ਜੀ ਨੇ ਸੋਚਿਆ ਵੀ ਇਹ ਤੇ ਸੌਦਾ ਬੜਾ ਸਸਤਾ, ਗਾਵਾਂ ਤੇ ਮੇਰੇ ਕੋਲ ਵਾਧੂ ਨੇ, ਇੱਕ ਦੇ ਵੀ ਦੇਵਾਂਗਾ ਤੇ ਕੋਈ ਮੈਨੂੰ ਘਾਟਾ ਨਹੀਂ ਪੈਣਾ, ਪਰ ਜੇ ਮੈਂ ਠਾਕੁਰ ਨਾਲ ਲੈ ਗਿਆ ਤੇ ਇਹਦੇ ਨਾਲ ਤੇ ਮੈਂ ਆਪਣੇ ਸਾਰੇ ਕੰਮ ਕਰਵਾ ਸਕਦਾ। ਮੰਗ ਲਈ ਉਸ ਬ੍ਰਾਹਮਣ ਨੇ ਗਾਂ ਭਗਤ ਧੰਨਾ ਜੀ ਦੇ ਕੋਲੋਂ, ਤੇ ਕਹਿਣ ਲੱਗੇ ਦੇ ਦਿੱਤੀ ਗਾਂ। ਕਹਿਣ ਲੱਗੇ ਠੀਕ ਹੈ ਗਾਂ ਲੈ ਲਾ। ਜਦੋਂ ਗਾਂ ਦਿੱਤੀ ਨਾ ਤੇ ਉਹਨੇ ਇੱਕ ਪੱਥਰ ਚੰਗਾ ਮੋਟਾ ਜਿਹਾ ਵੇਖ ਕੇ ਉਹਨੂੰ ਧੋ ਕੇ ਕੱਪੜੇ ਵਿੱਚ ਲਪੇਟ ਕੇ ਤੇ ਭਗਤ ਧੰਨਾ ਜੀ ਨੂੰ ਫੜਾਇਆ। ਕਹਿਣ ਲੱਗਾ ਵੀ ਲੈ ਆ ਠਾਕੁਰ ਹੈ। ਦੇਣਾ ਇੱਕ ਪੱਥਰ ਹੀ ਹੈ, ਪੱਥਰ ਦਾ ਮਾਲਕ ਬ੍ਰਾਹਮਣ ਨਹੀਂ ਹੈ, ਉੱਥੋਂ ਜਿਹੜਾ ਮਰਜ਼ੀ ਚੁੱਕ ਲਿਆ। ਪਰ ਭਗਤ ਧੰਨਾ ਜੀ ਨੂੰ ਕਹਿਣ ਲੱਗਾ ਵੀ ਉਹ ਠਾਕੁਰ ਤਾਂ ਮਿਲੇਗਾ ਇੱਕ ਗਊ ਦੇ, ਕਿਉਂਕਿ ਭਗਤ ਧੰਨਾ ਜੀ ਭੋਲੇ ਨੇ। ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੈ। ਇੱਕ ਪੱਥਰ ਦਿੱਤਾ, ਗਾਂ ਰੱਖ ਲਈ ਤੇ ਆਪਣਾ ਖਹਿੜਾ ਛਡਾਇਆ। ਕਹਿਣ ਲੱਗੇ ਜਾ ਭਾਈ ਤੂੰ ਆਪਦੇ ਘਰੇ ਜਾ, ਹੁਣ ਜਾ ਕੇ ਤੂੰ ਉੱਥੇ ਪੂਜਾ ਕਰ ਲਈ, ਮੈਨੂੰ ਤੰਗ ਨਾ ਕਰ। ਗੈਲ ਛਡਾਵੇ ਤੋਂ ਭਾਵ ਵੀ ਰਾਹ ਛਡਾ ਲਿਆ ਆਪਣਾ। ਉਸ ਪੰਡਤ ਨੇ ਹੱਥ ਜੋੜ ਕੇ ਆਖਿਆ ਵੀ ਠਾਕੁਰ ਤੈਨੂੰ ਦਿੱਤਾ, ਹੁਣ ਤੂੰ ਜਿਵੇਂ ਮਰਜ਼ੀ ਇਹਦੀ ਪੂਜਾ ਕਰ ਜਾ ਕੇ, ਪਰ ਮੈਨੂੰ ਹੁਣ ਤੰਗ ਨਾ ਕਰ। ਭਗਤ ਧੰਨਾ ਜੀ ਕਹਿਣ ਲੱਗੇ ਵੀ ਉਸ ਵੇਲੇ ਕਹਿਣ ਲੱਗੇ ਠੀਕ ਹੈ। ਗਾਂ ਦੇ ਦਿੱਤੀ, ਪੱਥਰ ਉਹਦੇ ਕੋਲੋਂ ਲੈ ਲਿਆ। ਠਾਕੁਰ ਨੂੰ ਨਿਵਾਲ ਕੇ ਸ਼ਾਹੇ ਰੋਟੀ ਲੈ ਭੋਗ ਚੜਾਵੈ। ਘਰੇ ਲੈ ਗਏ। ਘਰੇ ਜਾ ਕੇ ਭਗਤ ਧੰਨਾ ਜੀ ਨੇ ਉਸ ਪੱਥਰ ਦਾ ਇਸ਼ਨਾਨ ਕਰਵਾਇਆ। ਹੁਣ ਪੰਡਤ ਵੱਲ ਵੇਖਿਆ ਸੀ ਕਿ ਪੰਡਤ ਇਸ਼ਨਾਨ ਕਰਵਾਉਂਦਾ, ਧੂਪ ਵੀ ਲਾ ਦਿੰਦਾ, ਫੁੱਲ ਵੀ ਅਰਪਣ ਕਰ ਦਿੰਦਾ, ਫਿਰ ਵਸਤੂਆਂ ਨੂੰ ਭੋਗ ਵੀ ਲਵਾਉਂਦਾ। ਪਰ ਭਗਤ ਧੰਨਾ ਨੂੰ ਇਹਨੂੰ ਪਤਾ ਨਹੀਂ ਲੱਗਾ ਵੀ ਉਹ ਭੋਗ ਕੇਵਲ 2-4 ਮਿੰਟ ਹੀ ਰੱਖਦਾ, ਪ੍ਰਸ਼ਾਦਾ ਭੋਜਨ ਪਾ ਕੇ, ਤੇ ਉਸ ਤੋਂ ਬਾਅਦ ਵਿੱਚ ਚੁੱਕ ਕੇ ਉਹ ਆਪ ਹੀ ਖਾ ਲੈਂਦਾ। ਭਗਤ ਧੰਨਾ ਦੇ ਮਨ ਵਿੱਚ ਇਹ ਹੈ ਵੀ ਹੋ ਸਕਦਾ ਵੀ ਇਹ ਠਾਕੁਰ ਹੀ ਰੋਟੀ ਖਾਂਦਾ ਹੋਵੇ। ਉਹਨੇ ਘਰੇ ਜਾ ਕੇ ਇਸੇ ਤਰ੍ਹਾਂ ਗੁਰਮੁਖੋ ਕੀਤਾ, ਪੱਥਰ ਦਾ ਇਸ਼ਨਾਨ ਕਰਵਾਇਆ, ਸੋਹਣੇ ਕੱਪੜੇ ਵਿੱਚ ਲਪੇਟ ਕੇ ਰੱਖਿਆ, ਧੂਪ ਧੁਖਾ ਦਿੱਤੀ ਹੈ, ਫੁੱਲ ਭੇਟ ਕਰ ਦਿੱਤੇ, ਕੁਝ ਭੋਜਨ ਪ੍ਰਸ਼ਾਦਾ ਬਣਾ ਕੇ ਉਹ ਵੀ ਲਿਆ ਕੇ ਸਾਹਮਣੇ ਰੱਖ ਦਿੱਤਾ। ਕਾਹਦੇ ਵਾਸਤੇ ਕਿ ਠਾਕੁਰ ਇਹਨੂੰ ਛਕੇਗਾ। ਤੇ ਕਹਿਣ ਲੱਗੇ ਇਸ ਤਰ੍ਹਾਂ, ਕਹਿਣ ਲੱਗਾ ਜੀ ਹੁਣ ਆਪ ਜੀ ਭੋਗ ਲਾਓ, ਹੱਥ ਜੋੜ ਮਿੰਨਤ ਕਰੇ, ਪੈਰੀ ਪੈ ਪੈ ਬਹੁਤ ਮਨਾਵੇ। ਹੁਣ ਪੱਥਰ ਨੇ ਭੋਜਨ ਥੋੜ੍ਹੀ ਖਾਣਾ। ਭਗਤ ਧੰਨਾ ਜੀ ਦੇ ਮਨ ਵਿੱਚ ਇਹ ਹੈ ਵੀ ਇਹ ਪੱਥਰ ਹੁਣ ਠਾਕੁਰ ਭੋਜਨ ਛਕੇਗਾ। ਥੋੜ੍ਹਾ ਚਿਰ ਲੰਘਿਆ, ਜਦੋਂ ਵੇਖਿਆ ਵੀ ਭੋਜਨ ਨਹੀਂ ਛਕਿਆ ਤੇ ਫਿਰ ਉਹ ਮਿੰਨਤਾਂ ਕਰਨ ਲੱਗ ਪਿਆ, ਠਾਕੁਰ ਜੀ ਭੋਜਨ ਛਕੋ, ਠਾਕੁਰ ਜੀ ਭੋਜਨ ਛਕੋ, ਤੁਸੀਂ ਭੁੱਖੇ ਨਾ ਰਹੋ, ਤੁਸੀਂ ਭੁੱਖੇ ਨਾ ਰਹੋ, ਮੈਨੂੰ ਪਾਪ ਲੱਗੇਗਾ, ਮੈਨੂੰ ਦੁੱਖ ਲੱਗੇਗਾ। ਉਹ ਭੋਲਾ ਹੈ, ਵਾਰ-ਵਾਰ ਬੇਨਤੀਆਂ ਕਰਦਾ, ਤਰਲੇ ਕਰਦਾ ਜੀ ਛਕ ਲਵੋ ਭੋਜਨ, ਛਕ ਲਵੋ। ਪਰ ਇਹ ਨਹੀਂ ਵੇਖਿਆ ਵੀ ਉਹ ਪੰਡਤ ਤੇ ਕੇਵਲ 5-10 ਮਿੰਟ ਵਾਸਤੇ ਥਾਲੀ ਰੱਖਦਾ, ਫਿਰ ਚੁੱਕ ਕੇ ਲੈ ਜਾਂਦਾ ਹੈ। ਤੇ ਮੈਂ ਵੀ ਥਾਲੀ ਚੁੱਕ ਲਵਾਂ। ਕਹਿਣ ਲੱਗਾ ਵੀ ਨਹੀਂ, ਇਹ ਤੁਸੀਂ ਮੇਰੇ ਨਾਲ ਨਾਰਾਜ਼ ਹੋ ਗਏ ਹੋ, ਗੁੱਸੇ ਹੋ ਗਏ ਹੋ, ਤਾਂ ਨਹੀਂ ਤੁਸੀਂ ਮੇਰੇ ਕੋਲੋਂ ਭੋਜਨ ਛਕਦੇ ਪਏ। ਹਾਂ ਪੀ ਮੋਹ ਨਾ ਜੁਠਾ ਲਸਾ, ਤੂੰ ਰੁੱਠਾ ਮੈਂ ਕਿਹੋ ਨਾ ਸੁਖਾਵੈ। ਜਦੋਂ ਗੁਰਮੁਖੋ ਕੁਝ ਘੰਟੇ ਲੰਘ ਗਏ ਨਾ, ਠਾਕੁਰ ਨੇ ਭੋਜਨ ਨਹੀਂ ਛਕਿਆ ਪੱਥਰ ਨੇ, ਤੇ ਫਿਰ ਭਗਤ ਧੰਨਾ ਜੀ ਨੇ ਪ੍ਰਣ ਕਰ ਲਿਆ। ਕਹਿਣ ਲੱਗਾ ਭਗਵਾਨ ਜੀ ਜੇ ਤੁਸੀਂ ਨਹੀਂ ਛਕੋਗੇ ਤੇ ਮੈਂ ਵੀ ਨਹੀਂ ਛਕਾਂਗਾ। ਤੁਸੀਂ ਨਹੀਂ ਨਾ ਭੋਜਨ ਛਕਦੇ ਪਏ ਤੇ ਮੈਂ ਵੀ ਆਪਣਾ ਮੂੰਹ ਜੂਠਾ ਨਹੀਂ ਕਰਾਂਗਾ, ਮੈਂ ਮੂੰਹ ਦੇ ਵਿੱਚ ਅੰਨ ਦਾ ਦਾਣਾ ਨਹੀਂ ਪਾਵਾਂਗਾ। ਤੁਸੀਂ ਭੋਜਨ ਨਾ ਛਕੋ, ਮੈਂ ਛਕ ਲਵਾਂ, ਇਹ ਨਹੀਂ ਹੋ ਸਕਦਾ। ਮੈਂ ਤੁਹਾਨੂੰ ਲੈ ਕੇ ਆਇਆ ਹਾਂ ਤੁਹਾਡੀ ਸੇਵਾ ਕਰਨ ਵਾਸਤੇ, ਤੁਸੀਂ ਮੇਰੇ ਘਰੇ ਆ ਕੇ ਭੋਜਨ ਨਹੀਂ ਛਕਦੇ ਪਏ, ਤੁਸੀਂ ਮੇਰੇ ਨਾਲ ਨਾਰਾਜ਼ ਹੋ ਗਏ ਹੋ। ਜੇ ਤੁਸੀਂ ਮੇਰੇ ਨਾਲ ਨਾਰਾਜ਼ ਹੋ, ਤੁਸੀਂ ਭੋਜਨ ਨਹੀਂ ਛਕੋਗੇ ਤੇ ਮੈਂ ਵੀ ਨਹੀਂ ਛਕਾਂਗਾ। ਇਹ ਭਗਤ ਧੰਨਾ ਜੀ ਨੇ ਉਸ ਵੇਲੇ ਆਖਿਆ। ਕਹਿਣ ਲੱਗੇ ਗੁਸਾਈ ਪ੍ਰਤੱਖ ਹੋਏ, ਰੋਟੀ ਖਾਹੇ ਸ਼ਾਹੇ ਮੋਏ ਲਾਵੈ। ਗੁਰਮੁਖੋ ਕਈ ਘੰਟੇ ਲੰਘ ਗਏ, ਕਿੰਨਾ ਸਮਾਂ ਲੰਘ ਗਿਆ। ਭਗਤ ਧੰਨਾ ਜੀ ਵੀ ਭੁੱਖ ਦੇ ਨਾਲ ਬੜੇ ਵਿਆਕੁਲ ਹੋ ਗਏ, ਬੜੇ ਦੁਖੀ ਹੋ ਗਏ। ਤੇ ਜਦੋਂ ਭਗਤ ਧੰਨਾ ਜੀ ਬਹੁਤ ਜ਼ਿਆਦਾ ਦੁੱਖ ਸਿਆ ਤਾਂ ਉਸ ਵੇਲੇ ਕਹਿੰਦੇ ਭਗਵਾਨ ਨੂੰ ਪ੍ਰਗਟ ਹੋਣਾ ਪਿਆ ਪੱਥਰ ਦੇ ਵਿੱਚੋਂ।
ਪੱਥਰ ਦੇ ਵਿੱਚੋਂ ਹੱਥ ਕੱਢ ਕੇ ਆਖਿਆ ਵੀ ਲਿਆ ਭਗਤ ਜੀ ਸਾਨੂੰ ਦਿਓ ਛਕਣ ਵਾਸਤੇ, ਕੀ ਲੈ ਕੇ ਆਏ ਹੋ? ਤੇ ਭਗਤ ਧੰਨਾ ਜੀ ਨੇ ਉਸ ਵੇਲੇ ਹੱਥ ਫੜ ਲਿਆ, ਕਹਿਣ ਲੱਗੇ ਜੀ ਇਸ ਤਰ੍ਹਾਂ ਨਹੀਂ, ਆਪ ਜੀ ਇਸ ਪੱਥਰ ਵਿੱਚੋਂ ਬਾਹਰ ਨਿਕਲ ਕੇ ਆਓ, ਸਾਹਮਣੇ ਬੈਠ ਕੇ ਭੋਜਨ ਛਕੋ। ਤੇ ਉਸ ਵੇਲੇ ਭਗਤ ਧੰਨਾ ਜੀਆਂ ਦੇ ਸਾਹਮਣੇ ਬੈਠ ਕੇ ਫਿਰ ਉਹਨਾਂ ਨੇ ਭੋਜਨ ਛਕਿਆ, ਨਾਲੇ ਲੱਸੀ ਪੀਤੀ ਹੈ, ਨਾਲੇ ਉਹ ਬਚਨ ਬਿਲਾਸ ਵੀ ਕੀਤੇ। ਤੇ ਫਿਰ ਭਗਤ ਧੰਨਾ ਜੀ ਨੂੰ ਪੁੱਛਿਆ, ਕਹਿਣ ਲੱਗੇ ਕੀ ਕੰਮ ਹੈ, ਕਿਉਂ ਮੈਨੂੰ ਬੁਲਾਇਆ ਹੈ, ਕਿਉਂ ਯਾਦ ਕੀਤਾ? ਤੇ ਭੋਲਾ ਭਗਤ ਉਹ ਆਪਣੇ ਕੰਮ ਗਨਾਉਣ ਵਾਸਤੇ ਬੈਠ ਗਿਆ ਜੀ। ਮੇਰਾ ਖੂਹ ਵੀ ਚੱਲਦਾ ਹੈ, ਮੇਰੀਆਂ ਮੱਝਾਂ ਵੀ ਚਰਦੀਆਂ ਨੇ, ਮੈਨੂੰ ਖੇਤਾਂ ਵਿੱਚ ਪਾਣੀ ਲਾਉਣਾ ਪੈਂਦਾ ਹੈ, ਮੈਨੂੰ ਚੱਕੀ ਵੀ ਚਲਾਉਣੀ ਪੈਂਦੀ ਹੈ, ਮੈਨੂੰ ਇਹ ਸਾਰੇ ਕੰਮ ਕਰਨੇ ਪੈਂਦੇ, ਮੈਂ ਇਕੱਲਾ ਹਾਂ ਤੇ ਮੈਨੂੰ ਕਰਨ ਵਾਸਤੇ ਬੜੀ ਮੁਸ਼ਕਲ ਪੇਸ਼ ਆਉਂਦੀ ਹੈ, ਆਪ ਜੀ ਮੇਰੀ ਮਦਦ ਕਰੋ। ਤੇ ਭਗਵਾਨ ਜੀ ਨੇ ਉਸ ਵੇਲੇ ਆਖਿਆ ਕੋਈ ਗੱਲ ਨਹੀਂ, ਤੇਰੇ ਸਾਰੇ ਕੰਮ ਮੈਂ ਹੀ ਕਰਾਂਗਾ। ਕਈ ਰੂਪ ਬਣਾ ਲੈ, ਕਿਧਰੇ ਗਾਵਾਂ ਚਾਰਦੇ ਪਏ, ਕਿਧਰੇ ਖੂਹ ਚਲਾਉਂਦੇ ਪਏ, ਕਿਧਰੇ ਚੱਕੀ ਚਲਾਉਂਦੇ ਪਏ, ਕਿਧਰੇ ਸੇਵਾ ਕਰਦੇ ਪਏ। ਅੱਜ ਵੀ ਤੁਸੀਂ ਰਾਜਸਥਾਨ ਦੇ ਅੰਦਰ ਜਾਓਗੇ ਨਾ ਤਾਂ ਭਗਤ ਜੀਆਂ ਦੇ ਉਸ ਸਥਾਨ 'ਤੇ ਉਹ ਸੁੰਦਰ ਖੂਹ ਬਣਿਆ ਹੋਇਆ, ਜਿਸ ਖੂਹ ਨੂੰ ਆਪ ਭਗਵਾਨ ਜੀ ਆ ਕੇ ਚਲਾਉਂਦੇ ਰਹੇ ਭਗਤ ਦੀ ਸੇਵਾ ਕਰਨ ਵਾਸਤੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਐਸੇ ਨੇ ਭਗਤ, ਐਸੀ ਆ ਭਗਤਾਂ ਦੀ ਕਮਾਈ ਜਿਸ ਕਮਾਈ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਭੋਲਾ ਭਾਉ ਗੋਬਿੰਦ ਮਿਲਾਵੈ, ਪਰਮਾਤਮਾ ਭੋਲੇ ਭਾਅ ਮਿਲਦਾ, ਕਦੇ ਸ਼ੈਤਾਨੀ ਨਾਲ ਕਦੇ ਚਲਾਕੀ ਨਾਲ ਨਹੀਂ ਮਿਲਦਾ। ਚਲਾਕ ਤੇ ਬੜੇ ਹੋਏ ਦੁਨੀਆ ਤੇ, ਪਰ ਚਲਾਕ ਬੰਦਿਆਂ ਨੂੰ ਪਰਮਾਤਮਾ ਨਹੀਂ ਮਿਲਿਆ, ਜੇ ਮਿਲਿਆ ਤੇ ਭੋਲਿਆਂ ਨੂੰ ਮਿਲਿਆ, ਕਿਉਂਕਿ ਮਿਲਦਾ ਹੀ ਉਹ ਭੋਲੇ ਭਾਅ ਦੇ ਨਾਲ ਹੈ, ਸ਼ੈਤਾਨੀ ਚਲਾਕੀ ਨਾਲ ਨਹੀਂ ਮਿਲਦਾ। ਗੁਰਮੁਖੋ ਇਹ ਜਿਹੜੀ ਕਵਿਤਾ ਹੈ, ਕਵਿਤ ਹੈ, ਵਾਰ ਹੈ, ਭਾਈ ਗੁਰਦਾਸ ਜੀਆਂ ਨੇ ਲਿਖੀ ਹੈ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਰਿਸ਼ਤੇਦਾਰੀ ਵਿੱਚ ਮਾਮਾ ਜੀ ਵੀ ਲੱਗਦੇ ਨੇ। ਕਹਿਣ ਲੱਗੇ ਵੀ ਉਹਨਾਂ ਨੇ ਇਹ ਜ਼ਿਕਰ ਕੀਤਾ ਇਸ ਗੱਲ ਦਾ ਵੀ ਭਗਤ ਧੰਨਾ ਜੀ ਨੂੰ ਪਰਮਾਤਮਾ ਇਸ ਤਰ੍ਹਾਂ ਮਿਲੇ ਨੇ। 1415 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੈ। ਐਸੇ ਭਗਤਾਂ ਦੀ ਬਾਣੀ ਭਗਤ ਧੰਨਾ ਜੀ ਦੀ ਆਪਾਂ ਸਰਵਣ ਕਰ ਰਹੇ ਹਾਂ। ਗੋਪਾਲ ਤੇਰਾ ਆਰਤਾ। ਭਗਤ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਐ ਗੋਪਾਲ ਮੈਂ ਤੇਰੀ ਆਰਤੀ ਕਰਦਾ। ਗੁਰਮੁਖੋ ਕੱਲ ਆਪਾਂ ਇਹ ਸ਼ਬਦ ਦੇ ਜਿਹੜੇ ਅਰਥ ਸਨ ਉਹ ਸਰਵਣ ਕਰ ਲਏ ਸਨ, ਪਰ ਇਹਦੇ ਵਿੱਚ ਜਿਹੜੇ ਅੰਤਰੀਵ ਅਰਥ ਨੇ ਉਹ ਹੁਣ ਆਪਾਂ ਸਰਵਣ ਕਰਾਂਗੇ। ਐ ਗੋਪਾਲ ਧਰਤੀ ਨੂੰ ਪਾਲਣ ਵਾਲੇ, ਮੈਂ ਤੇਰੇ ਵਿੱਚ ਆ ਰਤਾ, ਆਰਤਾ ਨੂੰ ਵੱਖਰਾ ਵੱਖਰਾ ਕਰ ਲੈਣਾ। ਆ ਤੋਂ ਭਾਵ ਆ ਕੇ, ਰਤਾ ਕਹੀਏ ਰੰਗਿਆ ਗਿਆ, ਮੈਂ ਤੇਰੇ ਵਿੱਚ ਆ ਕੇ ਰੰਗਿਆ ਗਿਆ। ਗੋਪਾਲ ਐ ਧਰਤੀ ਨੂੰ ਪਾਲਣ ਵਾਲੇ ਪਰਮਾਤਮਾ, ਮੈਂ ਤੇਰੇ ਰੰਗ ਦੇ ਵਿੱਚ ਰੰਗਿਆ ਗਿਆ, ਤੇਰੇ ਨਾਮ ਦਾ ਰੰਗ ਮੈਨੂੰ ਚੜ੍ਹ ਗਿਆ। ਲਾਲ ਰੰਗ ਤਿਸ ਕੋ ਲੱਗਾ ਜਿਸ ਕਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵਡ ਭਾਗਾ, ਜਿਹਦੇ ਵੱਡੇ ਭਾਗ ਹੋਣ ਉਹਨੂੰ ਇਹ ਪ੍ਰੇਮ ਦਾ ਰੰਗ ਲੱਗਦਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਇਹ ਬਚਨ ਆਪਾਂ ਪੜ੍ਹਦੇ ਨਾ, ਇਹ ਲੱਗਾ ਰੰਗ ਜੀ ਭਗਤ ਧੰਨਾ ਜੀ ਨੂੰ। ਕਹਿਣ ਲੱਗੇ ਗੋਪਾਲ ਇਹ ਧਰਤੀ ਨੂੰ ਪਾਲਣ ਵਾਲਿਆ, ਤੇਰਾ ਆਰਤਾ, ਮੈਂ ਤੇਰੇ ਵਿੱਚ ਆ ਕੇ ਰੱਤਾ ਗਿਆ, ਰੰਗਿਆ ਗਿਆ, ਮੈਨੂੰ ਤੇਰਾ ਰੰਗ ਚੜ੍ਹ ਗਿਆ। ਐਸੀ ਤੁਸੀਂ ਮੇਰੇ ਤੇ ਆ ਕੇ ਬਖਸ਼ਿਸ਼ ਕੀਤੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਗੋਪਾਲ ਤੇਰਾ ਆਰਤਾ। ਆਰਤ ਨਾਮ ਹੈ ਦੁਖੀ ਦਾ। ਜਦੋਂ ਆਪਾਂ ਵੱਖ-ਵੱਖ ਸ਼ਬਦਾਂ ਦੇ ਅਰਥ ਸਰਵਣ ਕਰਾਂਗੇ ਉਹਨਾਂ ਦੇ ਭਾਵ ਵੀ ਵੱਖੋ ਵੱਖਰੇ ਹੋਣਗੇ। ਆਰਤ ਤੋਂ ਭਾਵ ਹੁੰਦਾ ਦੁਖੀ। ਐ ਗੋਪਾਲ ਮੈਂ ਤੇਰਾ ਦੁਖੀ ਭਗਤ ਹਾਂ। ਭਗਤ ਤੇ ਹਾਂ ਪਰ ਦੁਖੀ ਹਾਂ ਦੁਨੀਆ ਵੱਲੋਂ। ਦੁਨੀਆ ਮੈਨੂੰ ਦੁੱਖ ਦਿੰਦੀ ਹੈ, ਮੈਂ ਤਾਂ ਭਗਤੀ ਵਾਲੇ ਪਾਸੇ ਲੱਗ ਪਿਆ ਵੀ ਦੁਨੀਆ ਦੁੱਖ ਦਿੰਦੀ ਹੈ, ਰੱਬ ਦੁੱਖ ਨਹੀਂ ਦੇਵੇਗਾ। ਮੈਂ ਦੁਨੀਆ ਵੱਲੋਂ ਦੁਖੀ ਹੋ ਕੇ ਤੇਰਾ ਭਗਤ ਬਣਿਆ। ਭਗਵਾਨ ਕ੍ਰਿਸ਼ਨ ਜੀਆਂ ਨੂੰ ਪੁੱਛਿਆ ਨਾ ਅਰਜੁਨ ਨੇ, ਕਹਿਣ ਲੱਗੇ ਭਗਵਾਨ ਜੀ ਭਗਤ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਤੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਅਰਜੁਨ ਭਗਤ ਜਿਹੜੇ ਨੇ 4 ਤਰ੍ਹਾਂ ਦੇ ਹੁੰਦੇ, ਉਹਨਾਂ ਦੀਆਂ ਵੱਖ-ਵੱਖ ਮਜਬੂਰੀਆਂ ਨੇ, ਵਿਚਾਰਾਂ ਨੇ। 4 ਤਰ੍ਹਾਂ ਦੇ ਭਗਤ ਨੇ। ਪੁੱਛਿਆ ਜੀ ਉਹ ਕਿਹੜੇ ਨੇ?
ਤੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਇੱਕ ਭਗਤ ਉਹ ਹੈ ਜਿਸ ਨੂੰ ਅਰਥਾ ਅਰਥੀ ਭਗਤ ਕਿਹਾ ਜਾਂਦਾ। ਅਰਥਾ ਅਰਥੀ ਤੋਂ ਭਾਵ ਹੁੰਦਾ ਹੈ ਪਦਾਰਥਾਂ ਦੀ ਇੱਛਾ ਵਾਲਾ। ਭਗਤ ਹੈ ਨਹੀਂ ਸੀ ਪਰ ਮਾਲਾ ਫੜ ਲਈ ਹੱਥ ਵਿੱਚ ਵੀ ਮੈਂ ਕੋਈ ਨਾ ਕੋਈ ਪਦਾਰਥ ਲੈ ਲਵਾਂ, ਥੋੜ੍ਹਾ ਸਮਾਂ ਰੱਬ ਦਾ ਨਾਮ ਜਾਂ ਬਹੁਤਾ ਸਮਾਂ ਰੱਬ ਦਾ ਨਾਮ ਜਪ ਕੇ ਕੋਈ ਕੰਮ ਹੀ ਕਢਵਾ ਲਵਾਂ। ਉਹਨਾਂ ਨੂੰ ਕਿਹਾ ਜਾਂਦਾ ਹੈ ਅਰਥਾ ਅਰਥੀ। ਕਬੀਰ ਕਾਮ ਪਰੈ ਤੈ ਸਿਮਰਿਐ ਐਸਾ ਸਿਮਰੋ ਨਿਤ। ਅੱਜ ਮੈਨੂੰ ਕੰਮ ਪੈ ਗਿਆ ਨਾ, ਮੈਂ ਹੱਥ ਵਿੱਚ ਮਾਲਾ ਵੀ ਫੜਾਂਗਾ, ਗੁੜਕਾ ਸਾਹਿਬ ਵੀ ਫੜਾਂਗਾ, ਮੈਂ ਪਾਠ ਵੀ ਕਰਾਂਗਾ, ਮੈਂ ਅਰਦਾਸ ਵੀ ਕਰਾਂਗਾ, ਮੈਂ ਗੁਰਦੁਆਰੇ ਵੀ ਆਵਾਂਗਾ, ਮੈਂ ਦੇਗ ਪ੍ਰਸ਼ਾਦ ਵੀ ਬਣਾਵਾਂਗਾ। ਕਾਹਦੇ ਵਾਸਤੇ? ਕਿਉਂਕਿ ਮੈਨੂੰ ਅੱਜ ਕੰਮ ਪੈ ਗਿਆ, ਅੱਜ ਮੈਂ ਦੁਖੀ ਹੋ ਗਿਆ ਦੁਨੀਆ ਵੱਲ, ਅੱਜ ਮੈਨੂੰ ਬਾਹਰ ਦੇ ਵੀਜ਼ੇ ਦੀ ਲੋੜ ਹੈ, ਅੱਜ ਕਿਸੇ ਦਾ ਆਪਰੇਸ਼ਨ ਹੋਣਾ ਹੈ, ਅੱਜ ਕਿਸੇ ਦੇ ਘਰ ਵਿੱਚ ਕੋਈ ਨਵਾਂ ਜੀਅ ਆਉਣਾ ਹੈ, ਅੱਜ ਕਿਸੇ ਨੂੰ ਨੌਕਰੀ ਮਿਲਣੀ ਹੈ, ਅੱਜ ਮੈਂ ਬੜੀ ਭਗਤੀ ਕਰਾਂਗਾ, ਸਾਰਾ ਦਿਨ ਹੀ ਨਾਮ ਜਾਂਦਿਆਂ ਵੀ ਜਪਾਂਗਾ, ਰਸਤੇ ਵਿੱਚ ਆਉਂਦਿਆਂ ਵੀ ਜਪਾਂਗਾ। ਇਹਨੂੰ ਕਿਹਾ ਜਾਂਦਾ ਅਰਥਾ ਅਰਥੀ ਭਗਤ। ਆਪਣੇ ਮਤਲਬ ਵਾਸਤੇ, ਪ੍ਰਯੋਜਨ ਵਾਸਤੇ ਰੱਬ ਦਾ ਨਾਮ ਲੈਣਾ ਵੀ ਮੇਰਾ ਕੰਮ ਹੋ ਜਾਵੇ। ਕਿਵੇਂ ਹੋ ਜਾਵੇ? ਕਿਵੇਂ ਨਾ ਕਿਵੇਂ ਹੋ ਜਾਵੇ, ਮੈਂ ਤੇਰਾ ਨਾਮ ਜਪਦਾ ਪਿਆ। ਆਪਣੇ ਪ੍ਰਯੋਜਨ ਵਾਸਤੇ ਜਪਣਾ, ਉਹਨੂੰ ਕਿਹਾ ਜਾਂਦਾ ਅਰਥਾ ਅਰਥੀ ਭਗਤ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਇਹ ਇੱਕ ਨਸਲ ਦਾ ਭਗਤ ਇਹਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੇ ਕੰਮ ਵਾਸਤੇ ਰੱਬ ਨੂੰ ਚੇਤੇ ਕਰਦਾ ਹੈ ਵੀ ਮੇਰਾ ਮਤਲਬ ਪੂਰਾ ਹੋਵੇ। ਕਾਮ ਪਰੈ ਤੈ ਸਿਮਰਿਐ, ਕੰਮ ਪੈ ਗਿਆ, ਪਰਮਾਤਮਾ ਚੇਤੇ ਆ ਗਿਆ। ਪਰ ਜਿਸ ਦਿਨ ਕੰਮ ਨਿਕਲ ਗਿਆ ਉਸ ਦਿਨ ਨਾਲ ਹੀ ਪ੍ਰਮਾਤਮਾ ਭੁੱਲ ਜਾਣਾ। ਕਾਰਨ ਇਹ ਹੈ ਵੀ ਅਸੀਂ ਜਪਿਆ ਹੀ ਤਾਂ ਵੀ ਸਾਨੂੰ ਕੰਮ ਨਾਲ ਮਤਲਬ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਅਸੀਂ ਕੋਈ ਦਾਤ ਲੈਣੀ ਹੈ ਤਾਂ ਸਾਨੂੰ ਰੱਬ ਚੇਤੇ ਆਉਂਦਾ। ਜਿਸ ਦਿਨ ਸਾਨੂੰ ਦਾਤ ਮਿਲ ਗਈ ਰੱਬ ਉਸ ਦਿਨ ਭੁੱਲ ਜਾਣਾ। ਕਿਉਂਕਿ ਅਸੀਂ ਅਰਥਾ ਅਰਥੀ ਭਗਤ ਹਾਂ, ਆਪਣੇ ਪ੍ਰਯੋਜਨ ਦੇ, ਆਪਣੇ ਮਤਲਬ ਦੇ ਨਾਲ ਜੁੜੇ ਆ ਵੀ ਸਾਨੂੰ ਆਹ ਕੁਝ ਮਿਲੇ, ਤਾਂ ਅਸੀਂ ਮੱਥਾ ਟੇਕਣ ਆਇਆ, ਤਾਂ ਅਸੀਂ ਨਿਤਨੇਮ ਕਰਾਂਗੇ। ਇਹ ਇੱਕ ਤਰ੍ਹਾਂ ਦਾ ਭਗਤ ਹੈ। ਤੇ ਦੂਜਾ ਭਗਤ ਆਖਿਆ ਜਾਂਦਾ ਆਰਤ ਭਗਤ। ਆਰਤ ਤੋਂ ਭਾਵ ਹੁੰਦਾ ਦੁਖੀ ਹੋ ਕੇ ਭਗਤੀ ਵਾਲੇ ਪਾਸੇ ਲੱਗਣਾ। ਉਦਾਹਰਨ ਇੱਕ ਹੈ, ਕਹਿਣ ਲੱਗੇ ਭਗਤ ਧਰੂ ਦਾ ਨਾਮ ਤੇ ਤੁਸੀਂ ਸੁਣਿਆ ਹੀ ਹੋਵੇਗਾ। ਇੱਕ ਦਿਨ ਭਗਤ ਧਰੂ ਦੇ ਪਿਤਾ ਸਿੰਘਾਸਣ ਤੇ ਬੈਠੇ, ਰਾਜ ਦਰਬਾਰ ਦੇ ਵਿੱਚ ਵਜ਼ੀਰ ਬੈਠੇ ਹੋਏ ਤੇ ਮਤਰੇਈ ਮਾਂ ਵੀ ਕੋਲ ਹੀ ਬੈਠੀ ਹੈ। ਭਗਤ ਧਰੂ ਜੀ ਬਾਹਰੋਂ ਖੇਡਦੇ ਹੋਏ ਆਏ ਤੇ ਆਪਣੇ ਪਿਤਾ ਦੀ ਗੋਦੀ ਤੇ ਆ ਕੇ ਬੈਠ ਗਏ। ਹੁਣ ਬੱਚੇ ਨੂੰ ਤੇ ਆਪਣੇ ਬਾਪ ਦੇ ਨਾਲ ਪਿਆਰ ਹੈ, ਸਨੇਹ ਹੈ, ਲਾਡ ਹੈ, ਤੇ ਬੈਠ ਗਿਆ। ਜਦੋਂ ਭਗਤ ਧਰੂ ਜੀ ਬੈਠੇ ਆਪਣੇ ਪਿਤਾ ਦੀ ਗੋਦੀ ਦੇ ਵਿੱਚ ਤੇ ਮਤਰੇਈ ਮਾਂ ਨੇ ਬਾਂਹ ਤੋਂ ਫੜ ਕੇ ਨਾ ਥੱਲੇ ਉਤਾਰਿਆ, ਕਹਿਣ ਲੱਗੀ ਥੱਲੇ ਉਤਰ, ਤੂੰ ਨਹੀਂ ਇਸ ਗੋਦੀ ਵਿੱਚ ਬੈਠ ਸਕਦਾ। ਪੁੱਛਿਆ ਕਿਉਂ ਮਾਂ, ਕੀ ਕਾਰਨ ਕੀ ਹੈ? ਤੇ ਮਤਰੇਈ ਮਾਂ ਨੇ ਕਾਰਨ ਇਹ ਦੱਸਿਆ ਵੀ ਤੂੰ ਮੇਰੀ ਸ਼ੌਂਕਣ ਦਾ ਪੁੱਤਰ ਹੈ, ਮੇਰਾ ਨਹੀਂ। ਜੇ ਮੇਰਾ ਹੁੰਦਾ ਤੇ ਫਿਰ ਤੂੰ ਇੱਥੇ ਬੈਠ ਸਕਦਾ ਸੀ, ਪਰ ਸ਼ੌਂਕਣ ਦੇ ਪੁੱਤਰ ਨੂੰ ਮੈਂ ਇੱਥੇ ਨਹੀਂ ਬੈਠਣ ਦੇਵਾਂਗੀ, ਤੇਰਾ ਹੱਕ ਹੀ ਨਹੀਂ ਬਣਦਾ। ਅੱਜ ਤੂੰ ਗੋਦੀ ਵਿੱਚ ਬੈਠਾ, ਕੱਲ੍ਹ ਨੂੰ ਤੂੰ ਰਾਜ ਮੰਗੇਗਾ, ਕੋਈ ਧਨ ਮੰਗੇਗਾ, ਕੋਈ ਵਸਤੂਆਂ ਮੰਗੇਗਾ। ਉਹਦਾ ਮਤਰੇਈ ਮਾਂ ਦਾ ਭਾਵ ਇਹ ਹੈ ਵੀ ਇਹਦਾ ਪਿਓ ਪੁੱਤਰ ਦਾ ਆਪਸ ਵਿੱਚ ਤੇ ਮੋਹ ਨਾ ਪਵੇ, ਆਪਸ ਵਿੱਚ ਇਹਨਾਂ ਦਾ ਪਿਆਰ ਨਾ ਬਣ ਜਾਵੇ ਕਿ ਕੱਲ੍ਹ ਨੂੰ ਇਹ ਸਾਰਾ ਕੁਝ ਮੇਰਾ ਪਤੀ ਕਿਤੇ ਇਹਨੂੰ ਦੇ ਨਾ ਦੇਵੇ। ਹੁਣ ਭਾਵੇਂ ਉਮਰਾਂ ਛੋਟੀ ਹੈ ਪਰ ਬੱਚੇ ਨੂੰ ਦੁੱਖ ਤੇ ਲੱਗਾ ਨਾ ਵੀ ਖਿੱਚ ਕੇ ਉਹਨੂੰ ਉਤਾਰਿਆ, ਉਹਦੀਆਂ ਅੱਖਾਂ ਭਰ ਗਈਆਂ, ਹੰਝੂ ਡਿੱਗਣ ਲੱਗ ਪਿਆ ਨੇਤਰਾਂ ਵਿੱਚੋਂ। ਰੋਂਦਾ ਰੋਂਦਾ ਘਰ ਨੂੰ ਆ ਗਿਆ। ਆਪਣੀ ਮਾਂ ਨੂੰ ਆ ਕੇ ਉਹਨੇ ਸਵਾਲ ਕੀਤਾ, ਕਹਿਣ ਲੱਗਾ ਮਾਂ ਇੱਕ ਗੱਲ ਦਾ ਜਵਾਬ ਦੇ, ਤੂੰ ਰਾਣੀ ਹੈ ਕਿ ਨੌਕਰਾਣੀ ਹੈ? ਮਾਂ ਨੂੰ ਪੁੱਛਿਆ ਆ ਕੇ ਵੀ ਤੂੰ ਰਾਣੀ ਹੈ ਕਿ ਨੌਕਰਾਣੀ ਹੈ? ਤੇ ਮਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੀ ਪੁੱਤਰ ਮੈਂ ਜਨਮ ਤੋਂ ਹੀ ਰਾਜਕੁਮਾਰੀ ਹਾਂ, ਮੇਰਾ ਪਿਤਾ ਵੀ ਰਾਜਾ ਸੀ। ਇਹ ਨਹੀਂ ਵੀ ਮੈਂ ਕਿਤੇ ਗਰੀਬ ਘਰੋਂ ਜਾਂ ਇੱਧਰੋਂ ਉੱਧਰੋਂ ਫੜ ਕੇ ਲੈ ਆਂਦੀ। ਮੇਰਾ ਬਾਪ ਰਾਜਾ ਸੀ, ਮੈਂ ਰਾਜੇ ਦੀ ਧੀ ਹੋਣ ਕਰਕੇ ਰਾਜਕੁਮਾਰੀ ਹਾਂ, ਤੇ ਤੇਰਾ ਬਾਪ ਮੈਨੂੰ ਵਿਆਹ ਕੇ ਲਿਆਇਆ, ਇਹ ਵੀ ਰਾਜਾ ਹੈ, ਤੇ ਇਹਦੇ ਨਾਲ ਵਿਆਹਣ ਕਰਕੇ ਮੈਂ ਰਾਣੀ ਬਣ ਗਈ। ਪਹਿਲਾਂ ਰਾਜਕੁਮਾਰੀਆਂ, ਹੁਣ ਰਾਜੇ ਨਾਲ ਵਿਆਹ ਹੋ ਗਿਆ ਤੇ ਰਾਣੀ ਬਣ ਗਈਆਂ, ਪਰ ਤੂੰ ਪੁੱਛਿਆ ਕਿਉਂ ਹੈ? ਤੇ ਫਿਰ ਪੁੱਤਰ ਨੇ ਜਵਾਬ ਦਿੱਤਾ, ਕਹਿਣ ਲੱਗਾ ਮਾਂ
ਮੈਂ ਪੁੱਛਿਆ ਤਾਂ ਵੀ ਅੱਜ ਬਾਪ ਦੀ ਗੋਦੀ ਵਿੱਚ ਬੈਠਾ ਤੇ ਮੈਨੂੰ ਦੂਜੀ ਮਾਂ ਨੇ ਉਤਾਰ ਦਿੱਤਾ ਗੋਦੀ ਤੋਂ ਥੱਲੇ। ਆਖਿਆ ਸ਼ੌਂਕਣ ਦਾ ਪੁੱਤਰ ਨਹੀਂ ਬੈਠ ਸਕਦਾ। ਮੇਰੇ ਮਨ ਵਿੱਚ ਇਹ ਵਿਚਾਰ ਆਈ ਵੀ ਹੋ ਸਕਦਾ ਮੇਰੀ ਮਾਂ ਗੋਲੀ ਦਾਸੀ ਹੋਵੇ ਤਾਂ ਮੈਨੂੰ ਇਹ ਹੱਕ ਨਹੀਂ ਮਿਲਿਆ। ਤੇ ਮਾਂ ਨੇ ਆਖਿਆ, ਕਹਿਣ ਲੱਗੀ, ਨਹੀਂ ਪੁੱਤਰ, ਮੈਂ ਹੈ ਤੇ ਰਾਣੀ ਆ, ਪਰ ਕਰਮਾਂ ਬਿਨਾਂ ਨਹੀਂ ਨਾ ਕੁਝ ਮਿਲਦਾ। ਪਰ ਮਾਂ ਮੈਂ ਲੈਣਾ ਹੈ ਸਭ ਕੁਝ, ਕਿਵੇਂ ਮਿਲੇ? ਤੇ ਗੁਰਮੁਖੋ ਜੇ ਅੱਜ ਵਰਗੀ ਮਾਂ ਹੋਵੇ ਨਾ ਤੇ ਉਹ ਆਂਦੀ ਡੰਡਾ ਸੋਟਾ ਚੁੱਕ ਤੇ ਇਹਨੂੰ ਮਾਰ ਦੇ, ਜਾਂ ਤੂੰ ਇਸ ਤਰ੍ਹਾਂ ਇਹਦੇ ਨਾਲ ਕੋਈ ਲੜਾਈ ਝਗੜਾ ਕਰ। ਬੜੀ ਸਿਆਣੀ ਹੈ, ਕਹਿਣ ਲੱਗੀ, ਪੁੱਤਰ ਇਸ ਤਰ੍ਹਾਂ ਕਰ, ਨਾਮ ਜਪ, ਨਾਮ ਜਪ ਕੇ ਜੋ ਕਵੇਂਗਾ ਉਹ ਮਿਲੇਗਾ। ਸਾਚੇ ਸਾਹਿਬਾ ਕਿਆ ਨਾਹੀ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਨੂੰ ਦੇਹ ਸੋ ਪਾਉਂਦਾ ਉਹ ਹੈ ਜਿਹੜਾ ਨਾਮ ਜਪਦਾ। ਤੂੰ ਨਾਮ ਜਪ, ਜੋ ਮੰਗੇਗਾ ਉਹ ਮਿਲੇਗਾ। ਚੱਲ ਪਿਆ ਘਰੋਂ, 5 ਸਾਲ ਦੀ ਉਮਰ ਆ, ਬਹੁਤੀ ਲੰਮੀ ਨਹੀਂ ਵੱਡੀ ਨਹੀਂ। ਬਾਹਰ ਨਿਕਲਿਆ, ਜੰਗਲ ਨੂੰ ਤੁਰਿਆ ਜਾਂਦਾ, ਨਾਰਦ ਜੀ ਮਿਲ ਗਿਆ। ਕਹਿਣ ਲੱਗੇ, ਧਰੂ ਜੀ ਕਿੱਧਰ ਨੂੰ ਚੱਲੇ ਹੋ? ਕਹਿਣ ਲੱਗੇ, ਨਾਮ ਜਪਣ। ਕਹਿੰਦੇ, ਨਾਮ ਕਿਵੇਂ ਜਪੀਦਾ? ਨਾਰਦ ਜੀ ਨੇ ਪੁੱਛਿਆ ਵੀ ਨਾਮ ਕਿਵੇਂ ਜਪੀਦਾ? ਚੱਲ ਤੇ ਪਿਆ, ਕਹਿਣ ਲੱਗਾ, ਮੈਨੂੰ ਨਹੀਂ ਪਤਾ ਨਾਮ ਕਿਵੇਂ ਜਪੀਦਾ, ਮੇਰੀ ਤੇ ਮਾਂ ਨੇ ਆਖਿਆ ਵੀ ਨਾਮ ਜਪ, ਤੇ ਮੈਂ ਤੁਰ ਪਿਆ। ਭਗਤ ਧਰੂ ਦੇ ਕੋਲੋਂ ਫਿਰ ਪੁੱਛਿਆ ਨਾਰਦ ਨੇ, ਨਾਮ ਕੀ ਹੁੰਦਾ, ਕੀ ਜਪੇਗਾ? 5 ਸਾਲ ਦੀ ਉਮਰ ਆ ਬੱਚੇ ਦੀ, ਕੀ ਪਤਾ ਹੋਵੇਗਾ? ਕਹਿਣ ਲੱਗਾ, ਮੈਨੂੰ ਕੀ ਪਤਾ ਨਾਮ ਕੀ ਹੁੰਦਾ, ਮੈਂ ਤੇ ਤੁਰ ਪਿਆ, ਅੱਗੇ ਪ੍ਰਮਾਤਮਾ ਆਪੇ ਵਿਧੀ ਬਣਾਵੇਗਾ। ਫਿਰ ਨਾਰਦ ਨੇ ਆਖਿਆ, ਤੂੰ ਮੈਨੂੰ ਆਪਣਾ ਗੁਰੂ ਬਣਾ ਲਾ, ਮੇਰਾ ਚੇਲਾ ਬਣ ਜਾ, ਮੈਂ ਤੈਨੂੰ ਦੱਸਦਾ ਵੀ ਨਾਮ ਕਿਵੇਂ ਜਪੀਦਾ। ਫਿਰ ਉਹਨੂੰ ਦੱਸਿਆ ਵੀ ਇਹ ਨਾਮ ਤੇ ਇਸ ਤਰ੍ਹਾਂ ਜਪ, ਜਪ ਕੇ ਨਾਮ ਫਿਰ ਉਸੇ ਤਖਤ ਦਾ ਮਾਲਕ ਬਣਿਆ ਜਿਸ ਤਖਤ ਤੇ ਬੈਠੇ ਪਿਤਾ ਦੀ ਗੋਦੀ ਵਿੱਚੋਂ ਮਤਰੇਈ ਮਾਂ ਨੇ ਉਤਾਰਿਆ ਸੀ। ਉਸੇ ਤਖਤ ਤੇ ਬੈਠ ਕੇ 36,000 ਸਾਲ ਬੈਠ ਕੇ ਉੱਥੇ ਰਾਜ ਕੀਤਾ। 36,000 ਸਾਲ ਬੈਠਾ ਉਸ ਤਖਤ ਦੇ ਉੱਪਰ। ਇੰਨੀ ਲੰਮੀ ਉਮਰ ਆਜੂ ਪਰਮਾਤਮਾ ਵੱਲੋਂ ਮਿਲੀ ਤੇ ਉਹਦਾ ਆਨੰਦ ਮਾਣਿਆ। ਗੁਰਮੁਖੋ ਉਹਨਾਂ ਨੂੰ ਕਿਹਾ ਜਾਂਦਾ ਅਰਥਾ ਅਰਥੀ ਭਗਤ। ਘਰੋਂ ਕਿਸੇ ਗੱਲ ਤੋਂ ਦੁਖੀ ਹੋ ਕੇ ਚੱਲ ਪਏ। ਦੁੱਖ ਤੇ ਘਰ ਦਾ ਸੀ, ਪਰ ਰੱਬ ਦਾ ਨਾਮ ਜਪਦਿਆਂ ਜਪਦਿਆਂ ਰੱਬ ਦੇ ਵਿੱਚ ਲੀਨ ਹੀ ਹੋ ਗਏ। ਇਹ ਦੂਜੇ ਨੰਬਰ ਦੇ ਭਗਤ ਗਿਣੇ ਜਾਂਦੇ। ਅਰਜੁਨ ਨੇ ਫਿਰ ਪੁੱਛਿਆ, ਕਹਿਣ ਲੱਗੇ, ਭਗਵਾਨ ਕ੍ਰਿਸ਼ਨ ਜੀ ਅੱਗੇ ਕਿਹੜੇ ਭਗਤ ਹੁੰਦੇ? ਤੇ ਭਗਵਾਨ ਜੀ ਕਹਿਣ ਲੱਗੇ, ਅੱਗੇ ਹੁੰਦੇ ਜਗਿਆਸੂ ਭਗਤ। ਜਗਿਆਸੂ ਤੋਂ ਭਾਵ ਹੁੰਦਾ ਗੁਰਮੁਖੋ ਇੱਛਾ। ਇੱਛਾ ਕਾਹਦੀ ਹੈ? ਮੁਕਤੀ ਦੀ, ਮੈਂ ਮੁਕਤ ਹੋ ਜਾਵਾਂ। ਇਹ ਤੀਜੇ ਨੰਬਰ ਦੇ ਭਗਤ ਨੇ। ਮੁਕਤੀ ਵਾਸਤੇ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਮੈਂ ਕੁਝ ਨਹੀਂ ਮੰਗਣਾ ਕਿਉਂਕਿ ਕੁਝ ਰਹਿਣ ਵਾਲਾ ਹੈ ਹੀ ਨਹੀਂ। ਮੈਨੂੰ ਤੇ ਕੇਵਲ ਮੁਕਤੀ ਚਾਹੀਦੀ ਹੈ, ਮੋਕਸ਼ ਚਾਹੀਦਾ। ਮੈਂ ਜਨਮਾਂ ਵਿੱਚ ਨਾ ਆਵਾਂ, ਮੈਂ ਜੰਮਣ ਮਰਨ ਵਿੱਚ ਨਾ ਆਵਾਂ। ਇਹ ਮੁਕਤੀ ਦੀ ਇੱਛਾ ਰੱਖਣ ਵਾਲੇ ਇਹ ਵੀ ਇੱਕ ਭਗਤ ਨੇ ਜਿਨ੍ਹਾਂ ਨੇ ਨਾਮ ਤੇ ਜਪਿਆ। ਜਪਿਆ ਮੁਕਤ ਹੋਣ ਵਾਸਤੇ ਹੈ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਤੀਜੀ ਕੈਟਾਗਰੀ ਹੈ, ਤੀਜੇ ਤਰ੍ਹਾਂ ਦੇ ਭਗਤ ਨੇ। ਜਪਦੇ ਤੇ ਨਾਮ ਪਏ ਨੇ, ਪਰ ਇੱਛਾ ਉਹਨਾਂ ਦੇ ਮਨ ਵਿੱਚ ਵੀ ਹੈ। ਇੱਛਾ ਕੀ ਹੈ? ਕਿ ਮੁਕਤ ਹੋ ਜਾਵਾਂ। ਪਹਿਲੇ ਭਗਤ ਦੇ ਮਨ ਵਿੱਚ ਇਹ ਸੀ ਵੀ ਰਾਜਾ ਬਣ ਜਾਵਾਂ। ਦੂਜੇ ਭਗਤ ਦੇ ਮਨ ਵਿੱਚ ਇਹ ਵਿਚਾਰ ਆਈ ਹੈ ਕਿ ਮੈਂ ਮੁਕਤ ਹੋ ਜਾਵਾਂ। ਇਹ ਤੀਜੇ ਨੰਬਰ ਦੇ ਭਗਤ ਨੇ। ਤੇ ਫਿਰ ਉਸ ਵੇਲੇ ਪੁੱਛਿਆ ਅਰਜੁਨ ਨੇ, ਜੀ ਚੌਥਾ ਭਗਤ ਕਿਹੜਾ ਹੁੰਦਾ? ਤੇ ਭਗਵਾਨ ਜੀ ਕਹਿਣ ਲੱਗੇ, ਗਿਆਨਵਾਨ ਚੌਥਾ ਭਗਤ ਹੁੰਦਾ ਹੈ। ਉਹਨੂੰ ਕਿਹਾ ਜਾਂਦਾ ਗਿਆਨੀ ਭਗਤ। ਗਿਆਨੀ ਭਗਤ ਤੋਂ ਭਾਵ ਹੈ ਜੋ ਗਿਆਨਵਾਨ ਹੋ ਕੇ ਭਗਤੀ ਕਰਦਾ ਹੈ। ਜਿਵੇਂ ਸਿੱਖ ਜਗਤ ਵਿੱਚ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਹੋਏ, ਇਹ ਨੇ ਗਿਆਨੀ ਭਗਤ। ਗਿਆਨ ਵੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਦੋਂ ਆਖਿਆ ਨਾ ਵੀ ਆਓ, ਬਾਬਾ ਬੁੱਢਾ ਜੀ ਦਾ ਪਹਿਲਾ ਨਾਮ ਭਾਈ ਬੂੜਾ ਹੈ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬੁੱਢਾ ਸ਼ਬਦ ਦੇ ਨਾਲ ਸੰਬੋਧਨ ਕੀਤਾ। ਉਹਦਾ ਕਾਰਨ ਇਹ ਸੀ ਕਿ ਭਾਈ ਬੂੜਾ ਜੀ ਜਿਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਮਿਲੇ, ਗੱਲਾਂ ਹੀ ਇੰਨੀਆਂ ਸਿਆਣੀਆਂ ਕੀਤੀਆਂ। ਛੋਟੀ ਜਿਹੀ ਉਮਰ ਦੇ ਵਿੱਚ ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ, ਉਮਰ ਤੇ ਤੇਰੀ ਬੱਚਿਆਂ ਵਾਲੀ ਹੈ,
ਗੱਲਾਂ ਤੇਰੀਆਂ ਬੁੱਢਿਆਂ ਵਾਲੀਆਂ ਨੇ, ਭਾਵ ਕਿ ਸਿਆਣਿਆਂ ਵਾਲੀਆਂ ਨੇ। ਇਹੋ ਜਿਹਾ ਲਫ਼ਜ਼ ਮਹਾਰਾਜ ਦੇ ਮੁਖੋਂ ਨਿਕਲਿਆ। ਭਾਈ ਬੂੜਾ ਜੀ ਬਾਬਾ ਬੁੱਢਾ ਜੀ ਦੇ ਰੂਪ ਦੇ ਵਿੱਚ ਸੰਸਾਰ ਵਿੱਚ ਪ੍ਰਸਿੱਧ ਹੋ ਗਏ। ਇਹਨਾਂ ਨੂੰ ਕਿਹਾ ਜਾਂਦਾ ਗਿਆਨਵਾਨ ਭਗਤ। ਕਹਿਣ ਲੱਗੇ ਜਿਹੜੇ ਗਿਆਨਵਾਨ ਭਗਤ ਨੇ ਉਹ ਗਿਆਨੀ ਹੋ ਕੇ ਤੇ ਫਿਰ ਭਗਤੀ ਕਰਦੇ, ਫਿਰ ਨਾਮ ਜਪਦੇ। ਐਸੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ। ਐਸੀਆਂ ਦਾਤਾਂ ਦੀ ਉਹ ਪ੍ਰਾਪਤੀ ਕਰਨ ਵਾਲੇ ਗੁਰਮੁਖ ਬਣ ਜਾਂਦੇ ਹਨ। ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਪਰਮੇਸ਼ਰ ਜੀ ਜਿਹੜੇ ਤੁਹਾਡੀ ਭਗਤੀ ਕਰਦੇ ਨੇ ਤੁਸੀਂ ਉਹਨਾਂ ਦੇ ਸਾਰੇ ਕਾਰਜਾਂ ਨੂੰ ਸਵਾਰ ਦਿੰਦੇ ਹੋ। ਰਹਾਉ ਦਾਲ ਸਿੱਧਾ ਮੰਗੋ ਕਿਓ। ਦੇਖੋ ਦਾਲ ਤੋਂ ਭਾਵ ਹੁੰਦਾ ਦਲਨਾ, ਦਲਨਾ ਤੋਂ ਭਾਵ ਹੁੰਦਾ ਮਲ ਦੇਣਾ, ਮਸਲ ਦੇਣਾ ਕਿਸੇ ਚੀਜ਼ ਨੂੰ। ਆਦਿ ਵਿਆਧੀ ਤੇ ਉਪਾਧੀ ਇਹ ਤਿੰਨ ਤਾਪ ਨੇ। ਭਗਤ ਧੰਨਾ ਜੀ ਕਹਿਣ ਲੱਗੇ ਐ ਪ੍ਰਮਾਤਮਾ ਇਹਨਾਂ ਤਿੰਨਾਂ ਤਾਪਾਂ ਨੂੰ ਆਪ ਜੀ ਮਲ ਦਿਓ, ਫੜ ਕੇ ਧੋ ਦਿਓ ਚੰਗੀ ਤਰ੍ਹਾਂ, ਖਤਮ ਹੀ ਕਰ ਦਿਓ, ਰਹਿਣ ਹੀ ਨਾ, ਇਹੋ ਜਿਹਾ ਰਗੜ ਦਿਓ ਇਹ ਦੁਬਾਰਾ ਉੱਠ ਕੇ ਮੈਨੂੰ ਦੁੱਖ ਨਾ ਦੇਣ। ਆਦ ਵਿਆਦ ਤੇ ਉਪਾਦ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਇਹ ਤਿੰਨ ਤਾਪ ਨੇ ਆਦਿ ਵਿਆਧੀ ਤੇ ਉਪਾਧੀ। ਸਰੀਰ ਦੇ ਉੱਪਰ ਬਿਮਾਰੀ ਲੱਗ ਜਾਣੀ, ਸਰੀਰ ਦੇ ਉੱਪਰ ਡੰਡੇ ਸੋਟੇ ਦਾ ਵਾਰ ਹੋ ਕੇ ਜ਼ਖਮ ਲੱਗ ਜਾਣਾ, ਜਾਂ ਉੱਪਰ ਕੋਈ ਮੁਕੱਦਮਾ ਆ ਕੇ ਪੈ ਜਾਣਾ, ਇਹਨਾਂ ਨੂੰ ਆਦਿ ਵਿਆਧੀ ਤੇ ਉਪਾਧੀ ਆਖਿਆ ਜਾਂਦਾ। ਕਹਿਣ ਲੱਗੇ ਵੀ ਇਹ ਤਿੰਨੇ ਤਾਪਾਂ ਨੂੰ ਆਪ ਜੀ ਦਲਣ ਵਾਲੇ ਹੋ। ਮੈਂ ਮੰਗਦਾ ਤੁਹਾਡੇ ਕੋਲੋਂ ਵੀ ਇਹ ਤਿੰਨੇ ਤਾਪ ਆਪ ਜੀ ਦਲ ਦਿਓ, ਮੈਨੂੰ ਅਰੋਗਤਾ ਤੋਂ ਰਹਿਤ ਕਰ ਦਿਓ, ਇਹ ਰੋਗ ਮੈਨੂੰ ਦੁਖੀ ਕਰਦੇ। ਗੁਰਮੁਖੋ ਹੁਣ ਆਪਾਂ ਨੂੰ ਕੋਈ ਰੋਗ ਲੱਗਾ ਹੋਵੇ ਨਾ ਤੇ ਸਾਡਾ ਬਾਣੀ ਪੜ੍ਹਨ ਨੂੰ ਨਾਮ ਜਪਣ ਨੂੰ ਜੀ ਨਹੀਂ ਕਰਦਾ, ਉਹ ਰੋਗ ਸਾਨੂੰ ਵਾਰ-ਵਾਰ ਤੰਗ ਕਰਦਾ। ਮੰਨ ਲਓ ਜ਼ੁਕਾਮ ਹੀ ਲੱਗ ਜਾਵੇ ਤੇ ਸਾਨੂੰ ਨਿਤਨੇਮ ਕਰਨਾ ਪਵੇ ਤੇ ਬੜਾ ਹੀ ਔਖਾ ਹੈ, ਵਾਰ-ਵਾਰ ਨੱਕ ਵਿੱਚੋਂ ਪਾਣੀ ਡਿੱਗੇਗਾ, ਸਾਡੇ ਵਾਸਤੇ ਮੁਸੀਬਤ ਬਣ ਜਾਏਗੀ। ਇਹ ਤੇ ਇੱਕ ਨਿੱਕੀਆਂ ਮੋਟੀਆਂ ਬਿਮਾਰੀਆਂ ਨੇ ਜਿਹੜੀਆਂ ਆਮ ਹੀ ਆ ਜਾਂਦੀਆਂ, ਪਰ ਆਦਿ ਵਿਆਧੀ ਤੇ ਉਪਾਧੀ ਇਹ ਤੇ ਵੱਡੀਆਂ ਬਿਮਾਰੀਆਂ ਨੇ ਨਾ। ਜਦੋਂ ਇਹ ਆ ਜਾਣ, ਹੁਣ ਮੰਨ ਲਓ ਬਿਮਾਰੀ ਕੋਈ ਲੱਗੀ ਹੈ ਜਾਂ ਕੋਈ ਹੱਥ ਪੈਰ ਵੱਢਿਆ ਗਿਆ ਜਾਂ ਕੋਈ ਮੁਕੱਦਮਾ ਪਿਆ ਹੋਇਆ ਤੇ ਸਾਡਾ ਧਿਆਨ ਕਚਹਿਰੀ ਵੱਲ ਹੀ ਰਹਿੰਦਾ, ਕੋਰਟ ਵੱਲ ਹੀ ਰਹਿੰਦਾ, ਪਤਾ ਨਹੀਂ ਕੀ ਬਣਨਾ। ਭਗਤ ਧੰਨਾ ਜੀ ਕਹਿੰਦੇ ਦਾਲ ਕਹਿੰਦੇ ਦਲ ਦਿਓ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹ ਮੇਰੇ ਮਨ ਵਿੱਚ ਰਹਿਣਾ ਨਾ ਕਰਨਾ। ਹਮਰਾ ਖੁਸ਼ੀ ਕਰੇ ਨਿਤ ਜੀਓ। ਦੂਜਾ ਬਚਨ ਵਰਤਿਆ ਦਾਲ ਤੋਂ ਅੱਗੇ ਆ ਗਿਆ ਸਿੱਧਾ। ਸਿੱਧਾ ਤੋਂ ਭਾਵ ਹੁੰਦਾ ਸਿੱਧਾ ਕਰਨਾ। ਇਹ ਜਿਹੜਾ ਮਨ ਮੇਰਾ ਟੇਢਾ ਹੈ ਨਾ, ਗੁਰਮੁਖੋ ਆਪਣੇ ਮਨ ਦੇ ਵਿੱਚ ਕਿੰਨੇ ਵਲ ਵਿੰਗ ਨੇ। ਆਪਾਂ ਮੂੰਹ ਦੇ ਕੁਝ ਹੋਰ ਆ, ਅੰਦਰ ਸਾਡੇ ਕੁਝ ਹੋਰ ਹੈ। ਅੰਦਰ ਸਾਡੇ ਬੜੇ ਵਲ ਨੇ, ਅੰਦਰੋਂ ਅਸੀਂ ਸਿੱਧੇ ਨਹੀਂ ਆ ਕਿਸੇ ਦੇ ਨਾਲ। ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਪਰ ਭਗਤ ਧੰਨਾ ਜੀ ਕਹਿਣ ਲੱਗੇ ਪਰਮਾਤਮਾ ਇਹ ਮੇਰਾ ਮਨ ਜਿਹੜਾ ਨਾ ਕੁਟਲਤਾਈਆਂ ਕਰਦਾ, ਵਿੰਗਾ ਟੇਢਾ ਜਿਹਾ ਚੱਲਦਾ, ਹਰੇਕ ਦੇ ਨਾਲ ਇਹ ਕੋਈ ਨਾ ਕੋਈ ਧੋਖਾ ਧੜੀ ਕਰਦਾ। ਮਹਾਰਾਜ ਇਸ ਮੇਰੇ ਮਨ ਨੂੰ ਸਿੱਧਾ ਕਰ ਦਿਓ, ਇਹ ਮੈਂ ਤੁਹਾਡੇ ਕੋਲੋਂ ਮੰਗਦਾ ਹਾਂ। ਦਾਲ ਸਿੱਧਾ ਮੰਗੋ ਕਿਓ। ਮਹਾਰਾਜ ਪ੍ਰੇਮ ਕਰਨਾ ਇਹ ਮੈਨੂੰ ਘਿਓ ਦੇ ਦਿਓ। ਘਿਓ ਕੀ ਹੈ? ਜਿਹੜਾ ਪ੍ਰੇਮ ਕਰਨਾ ਸਾਰਿਆਂ ਦੇ ਨਾਲ। ਖਾਲਕ ਖਲਕ ਕੀ ਜਾਣ ਕੈ ਖਲਕ ਦੁਖਾਵੈ ਨਾਹੇ, ਖਲਕ ਦੁਖੈ ਨੰਦ ਲਾਲ ਜੀ। ਖਾਲਕ ਕੋ ਪੈ ਤਾਹੇ। ਇਹ ਜਿਹੜੀ ਖਾਲਕਤ ਹੈ ਨਾ, ਦੁਨੀਆ ਸੰਸਾਰ, ਇਹਨੂੰ ਰੱਬ ਦਾ ਰੂਪ ਜਾਣ ਕੇ ਦੁਖੀ ਨਾ ਕਦੇ ਕਰੇ। ਜੇ ਦੁਨੀਆ ਨੂੰ ਦੁਖੀ ਕਰੇਗਾ ਪ੍ਰਮਾਤਮਾ ਤੇਰੇ ਤੇ ਕ੍ਰੁੱਧਤ ਹੋ ਜਾਏਗਾ, ਕਿਉਂਕਿ ਉਹ ਆਪ ਦੁਨੀਆ ਵਿੱਚ ਵਸਿਆ। ਖਾਲਕ ਖਲਕ ਕੀ ਜਾਣ ਕੈ, ਇਸ ਦੁਨੀਆ ਨੂੰ ਰੱਬ ਦਾ ਰੂਪ ਜਾਣ ਕੇ ਖਲਕ ਦੁਖਾਵੈ ਨਾਹੇ, ਦੁਨੀਆ ਨੂੰ ਦੁਖੀ ਨਾ ਕਰੇ। ਖਲਕ ਦੁਖੈ ਨੰਦ ਲਾਲ ਜੀ। ਨੰਦ ਲਾਲ 10ਵੇਂ ਪਾਤਸ਼ਾਹ ਦੇ ਸਿੱਖ ਹੋਏ, ਬ੍ਰਹਮ ਗਿਆਨੀ ਅਵਸਥਾ ਨੂੰ ਪ੍ਰਾਪਤ ਹੋਏ। ਕਹਿਣ ਲੱਗੇ ਜੇ ਦੁਨੀਆ ਦੁਖੀ ਹੋਵੇਗੀ, ਖਾਲਕ ਕੋ ਪੈ ਤਾਹੇ, ਖਾਲਕ ਬਣਾਉਣ ਵਾਲਾ ਪਰਮਾਤਮਾ ਉਹਦੇ ਤੇ ਕ੍ਰੋਧਵਾਨ ਹੋ ਜਾਏਗਾ। ਇਸ ਕਰਕੇ ਇਹ ਮੇਰਾ ਮਨ ਜਿਹੜਾ ਹੈ ਨਾ, ਇਸ ਨੂੰ ਘਿਓ ਕਹੀਏ ਪ੍ਰੇਮ ਕਰਨਾ, ਕਿ ਪ੍ਰੇਮ ਤੋਂ ਬਿਨਾ ਆਰਤੀ ਨਹੀਂ ਹੋ ਸਕਦੀ ਹੈ। ਇਹ ਮੇਰਾ ਮਨ ਪ੍ਰੇਮ ਕਰਨਾ ਸਿੱਖ ਜਾਣਾ ਕਰੇ। ਹਮਰਾ ਖੁਸ਼ੀ ਕਰੈ ਨਿਤ ਜੀਓ। ਇਸ ਕਰਕੇ ਸਾਡਾ ਜਿਹੜਾ ਮਨ ਹੈ ਨਾ ਨਿਤਾ ਪ੍ਰਤੀ, ਉਹ ਖੁਸ਼ੀ ਕਰੇਗਾ, ਖੁਸ਼ੀਆਂ ਦੇ ਵਿੱਚ ਨਿਤਾ ਪ੍ਰਤੀ ਜਿਉਂਦਾ ਹੈ। ਪਨੀਆ ਚਾਦਨੀਕਾ। ਪਨੀਆ ਤੋਂ ਭਾਵ ਹੁੰਦਾ ਗੁਰਮੁਖੋ ਪੈਣਾ। ਐ ਪ੍ਰਮਾਤਮਾ ਕਿਰਪਾ ਕਰ, ਮੈਂ ਆਪ ਜੀ ਦੀ ਸ਼ਰਨ ਵਿੱਚ ਪੈ ਜਾਵਾਂ, ਮੈਨੂੰ ਤੁਹਾਡੀ ਸ਼ਰਨ ਪ੍ਰਾਪਤ ਹੋ ਜਾਵੇ।
ਇਹ ਪਨੀਆਂ ਤੋਂ ਭਾਵ ਕੇ ਮੈਨੂੰ ਆਪਣੀ ਸ਼ਰਨ ਵਿੱਚ ਪਾਉਣਾ ਕਰੋ। ਪਨੀਆਂ ਛਾਦਨੀਕਾ ਅਤੇ ਛਾਦਨ ਤੋਂ ਭਾਵ ਹੈ ਗੁਰਮੁਖੋ ਖਿਮਾ ਰੂਪੀ ਕੱਪੜਾ। ਜਿਵੇਂ ਅਸੀਂ ਕੱਪੜੇ ਨਾਲ ਤਨ ਢੱਕ ਲੈਂਦੇ ਹਾਂ, ਮਹਾਰਾਜ ਮੈਨੂੰ ਮਾਫ ਕਰਨ ਰੂਪੀ ਕੱਪੜਾ ਦੇ ਦਿਓ। ਆਪਾਂ ਅਰਦਾਸ ਵਿੱਚ ਬਚਨ ਕਰਦੇ ਹਾਂ, ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ ਉਹਨਾਂ ਨੂੰ ਕਿਹਾ ਜਾਂਦਾ ਖਿਮਾ ਧਾਰੀ। ਵੇਖ ਵੀ ਲਿਆ ਪਰ ਅਣਡਿੱਠ ਕਰ ਦਿੱਤਾ, ਕੋਈ ਗੱਲ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਛਾਦਨ ਤੋਂ ਭਾਵ ਹੈ ਖਿਮਾ ਰੂਪੀ ਕੱਪੜਾ, ਇਹ ਮੈਨੂੰ ਦੇਣਾ ਕਰੋ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਢੱਕ ਲਈਏ ਅਤੇ ਦੂਜਿਆਂ ਦੀ ਇੱਜ਼ਤ ਵੀ ਢੱਕ ਲਈਏ। ਐਸਾ ਖਿਮਾ ਰੂਪੀ ਕੱਪੜਾ ਆਪ ਜੀ ਬਖਸ਼ਿਸ਼ ਕਰੋ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਪਨੀਆਂ ਛਾਦਨ ਤੋਂ ਭਾਵ ਹੁੰਦਾ ਕੱਟਣਾ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਨੇ, ਮੈਂ ਇਹਨਾਂ ਨੂੰ ਕੱਟਣਾ ਮੰਗਦਾ ਹਾਂ, ਕਿਰਪਾ ਕਰੋ ਮੈਂ ਇਹਨਾਂ ਨੂੰ ਕੱਟ ਕੇ ਪਰੇ ਕਰ ਦੇਣਾ ਕਰਾਂ। ਪਨੀਆਂ ਛਾਦਨੀਕਾ ਅਨਾਜ ਮੰਗੋ ਸਤ ਸੀਕਾ। ਭਗਤ ਜੀ ਕਹਿਣ ਲੱਗੇ ਕਿ ਇੱਕ ਵਸਤੂ ਹੋਰ, ਅਨਾਜ ਤੋਂ ਭਾਵ ਇਹ ਹੈ ਅੰਨ। ਅੱਜ ਮੈਂ ਅੰਨ ਇੱਕ ਹੋਰ ਚੀਜ਼ ਮੰਗਦਾ। ਅੰਨ ਅੰਨ ਤੋਂ ਭਾਵ ਹੁੰਦਾ ਹੋਰ। ਤੇ ਅੱਜ ਦਾ ਆਪਾਂ ਨੂੰ ਪਤਾ ਹੀ ਵੀ ਅੱਜ ਨੂੰ ਕਹਿੰਦੇ। ਕਹਿਣ ਲੱਗੇ ਪ੍ਰਮਾਤਮਾ ਮੈਂ ਅੱਜ ਇੱਕ ਹੋਰ ਚੀਜ਼ ਤੇਰੇ ਕੋਲੋਂ ਮੰਗਦਾ ਹਾਂ। ਕੀ ਮੰਗਦਾ ਹਾਂ? ਸਤ ਸੀਕਾ। ਸਤ ਦਾ ਸਿੱਕਾ ਚੱਲੇ, ਝੂਠ ਰਵੇ ਹੀ ਨਾ। ਮੈਂ ਤੇਰੇ ਕੋਲੋਂ ਦਾਤ ਇਹ ਮੰਗਦਾ ਵੀ ਮੇਰੇ ਅੰਦਰੋਂ ਸੱਚ ਨਿਕਲੇ, ਜਿਹੜਾ ਮੈਨੂੰ ਮਿਲੇ ਉਹਦੇ ਮੂੰਹ ਚੋਂ ਵੀ ਸੱਚ ਨਿਕਲੇ। ਇਹ ਸਾਰੇ ਸੰਸਾਰ ਵਿੱਚ ਲੋਕ ਸੱਚ ਬੋਲਣ, ਇਹ ਮੈਂ ਦਾਤ ਮੰਗਦਾ ਹਾਂ। ਇਹਦੇ ਬਿਨਾਂ ਹੋਰ ਕੁਝ ਨਹੀਂ ਚਾਹੀਦਾ ਹੈ ਕਿ ਸਾਰੇ ਲੋਕ ਜਿਹੜੇ ਨੇ ਉਹਨਾਂ ਵਿੱਚ ਸੱਚ ਦਾ ਸਿੱਕਾ ਚੱਲਣਾ ਕਰੇ। ਗਊ ਭੈਂਸ ਮੰਗੋ ਲਵੇਰੀ। ਇਸ ਕਰਕੇ ਕਹਿਣ ਲੱਗੇ ਜਿਹੜਾ ਭੈ ਹੈ ਨਾ, ਭੈਂਸ ਤੋਂ ਭਾਵ ਭੈ ਦੇ ਸਹਿਤ ਹੋਣਾ, ਡਰ ਦੇ ਸਹਿਤ ਹੋਣਾ। ਇਹ ਭੈ ਜਿਹੜੇ ਨੇ ਇਹ ਮੇਰੇ ਖਤਮ ਹੋ ਜਾਣ ਅਤੇ ਮੈਂ ਆਪ ਜੀ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਗਊ ਕਹੀਏ, ਗਾਉਣਾ ਕਰਾਂ। ਭੈਂਸ ਤੋਂ ਲੈ ਲੈਣਾ ਭੈ ਸ ਤੋਂ ਭਾਵ ਸਾਰੇ ਤੇ ਭੈ ਤੋਂ ਭਾਵ ਡਰ। ਗੁਰਮੁਖੋ ਇਹ ਹੁੰਦੇ ਨੇ ਅੰਤਰੀਵ ਅਰਥ। ਸ਼ਬਦ ਦੇ ਅੱਖਰਾਂ ਨੂੰ ਵੱਖਰੇ ਵੱਖਰੇ ਕਰ ਲੈਣਾ ਤੇ ਉਹਨਾਂ ਵੱਖਰੇ ਵੱਖਰੇ ਅੱਖਰਾਂ ਦਾ ਫਿਰ ਅਰਥ ਕਰਨਾ, ਫਿਰ ਅਰਥ ਕਰਕੇ ਢੁਕਾ ਦੇਣਾ ਵੀ ਇਹਦਾ ਮਤਲਬ ਕੀ ਬਣਦਾ। ਭੈਸ ਤੋਂ ਭਾਵ ਸੱਸੇ ਤੋਂ ਲਾ ਲੈਣਾ ਸਹਿਤ ਤੇ ਭੈ ਤੋਂ ਭਾਵ ਲਾ ਲੈਣਾ ਡਰ। ਇਹ ਜਿਹੜਾ ਮੈਂ ਡਰ ਦੇ ਸਹਿਤ ਆ ਨਾ, ਇਹ ਡਰ ਮੇਰੇ ਅੰਦਰੋਂ ਖਤਮ ਕਰ ਦਿਓ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਇਹ ਡਰ ਅੰਦਰੋਂ ਖਤਮ ਕਰ ਦਿਓ। ਤੇ ਗਊ ਤੋਂ ਭਾਵ ਹੈ ਗਾਉਣਾ ਕਰਾਂ, ਮੈਂ ਤੁਹਾਡੇ ਜਸ ਨੂੰ ਗਾਉਣਾ ਕਰਾਂ, ਇਹ ਮੇਰੇ ਤੇ ਕਿਰਪਾ ਕਰੋ। ਲਵੇਰੀ ਤੋਂ ਭਾਵ ਹੁੰਦਾ ਲਿਵ ਲਵਾ ਦਿਓ ਜੀ ਮੇਰੀ, ਮੈਂ ਦਿਨੇ ਰਾਤ ਤੁਹਾਡੇ ਜਸ ਨੂੰ ਗਾਉਂਦਾ ਰਵਾਂ। ਭੈ ਦੇ ਸਹਿਤ ਹੋ ਕੇ, ਡਰ ਦੇ ਸਹਿਤ ਹੋ ਕੇ। ਨਾਮ ਡਰ ਬਿਨਾਂ ਨਹੀਂ ਜੇ ਜਪਿਆ ਜਾਂਦਾ। ਬਾਣੀ ਪੜ੍ਹਨ ਵੇਲੇ ਡਰ ਰੱਖਿਆ ਕਰੋ ਮਨ ਦੇ ਵਿੱਚ। ਭੈ ਰੱਖੋਗੇ ਤੇ ਤਾਂ ਬਾਣੀ ਪੜ੍ਹਨੀ ਸਫਲੀ ਹੈ। ਮੈਂ ਤੁਹਾਡੀ ਬਾਣੀ ਨੂੰ ਪੜ੍ਹਾਂ, ਡਰ ਦੇ ਸਹਿਤ ਹੋ ਕੇ ਪੜ੍ਹਾਂ। ਐਸੀ ਮੇਰੀ ਬਿਰਤੀ ਜਿਹੜੀ ਧਿਆਨ ਨੂੰ ਲਗਾ ਦੇਣਾ ਕਰੋ। ਇੱਕ ਤਾਜਨ ਤੁਰੀ ਚੰਗੇਰੀ। ਤਾਜਨ ਤੋਂ ਭਾਵ ਹੈ ਤੁਰੀਆ ਅਵਸਥਾ ਵਿੱਚ ਲਿਜਾਣ ਵਾਲੀ। ਇੱਕ ਮੈਨੂੰ ਕਹਿਣ ਲੱਗੇ ਸਾਰੇ ਸਾਧਨਾ ਤੋਂ ਚੰਗੀ ਏਕਤਾ ਰੂਪੀ ਘੋੜੀ ਜਿਹੜੀ ਉਹ ਬਖਸ਼ਿਸ਼ ਕਰ ਦੇਣਾ ਕਰੋ। ਕਰ ਕੀ ਗਿਹਨ ਚੰਗੀ। ਸੋ ਭਗਤ ਜੀ ਕਹਿਣ ਲੱਗੇ ਇਹ ਜਿਹੜਾ ਘਰ ਹੈ ਨਾ ਗੁਰਮੁਖੋ ਅੰਤःਕਰਨ, ਇਸ ਅੰਤःਕਰਨ ਦੇ ਅੰਦਰ ਗੀਹਨ ਚੰਗੀ, ਚੰਗੇ ਗੁਣਾਂ ਨੂੰ ਗ੍ਰਹਿਣ ਕਰਨ ਵਾਲੀ ਇੱਕ ਬੁੱਧੀ ਦੇ ਦਿਓ, ਅਕਲ ਦੇ ਦਿਓ। ਕੁਝ ਲੋਕ ਉਹ ਨੇ ਜਿਨ੍ਹਾਂ ਨੂੰ ਰੱਬ ਨੇ ਅਕਲ ਇੰਨੀ ਦਿੱਤੀ ਹੈ ਵੀ ਉਹ ਵੇਖ ਕੇ ਕੰਮ ਸਿੱਖ ਜਾਂਦੇ, ਤੇ ਕੁਝ ਲੋਕ ਉਹ ਨੇ ਉਹਨਾਂ ਨੂੰ ਭਾਵੇਂ 100 ਵਾਰੀ ਕਹਿ ਲਈਏ ਤਾਂ ਵੀ ਨਹੀਂ ਉਹਨਾਂ ਨੂੰ ਤਾਂ ਵੀ ਨਹੀਂ ਆਉਂਦਾ, ਦੱਸਿਆ ਵੀ ਨਹੀਂ ਆਉਂਦਾ, ਇੱਕ ਬਿਨਾਂ ਦੱਸਣ ਤੋਂ ਵੇਖਿਆ ਹੀ ਸਿੱਖ ਗਿਆ। ਮਹਾਰਾਜ ਮੈਨੂੰ ਮੱਤ ਇਹੋ ਜਿਹੀ ਦੇ ਦਿਓ ਕਿ ਮੇਰੇ ਅੰਤःਕਰਨ ਦੇ ਵਿੱਚ ਮੇਰੀ ਮੱਤ ਆਪਣੇ ਆਪ ਗੁਣਾਂ ਨੂੰ ਧਾਰਨ ਕਰਦੀ ਜਾਵੇ, ਔਗਣ ਮੇਰੇ ਛੁੱਟਦੇ ਜਾਣ, ਮੇਰੇ ਤੇ ਕਿਰਪਾ ਕਰੋ। ਘਰ ਕੀ ਗੀਹਨ ਚੰਗੀ, ਇਸ ਘਰ ਅੰਤःਕਰਨ ਮੇਰੇ ਹਿਰਦੇ ਦੇ ਵਿੱਚ ਆਤਮ ਵਿਸ਼ੈਣੀ ਮੱਤ ਰੂਪੀ ਇਸਤਰੀ ਦੇ ਦਿਓ, ਭਾਵ ਕੇ ਤਤ ਗਿਆਨ ਬਖਸ਼ਿਸ਼ ਕਰ ਦਿਓ, ਮੈਂ ਸਾਰੇ ਗੁਣਾਂ ਨੂੰ ਸਿੱਖ ਲੈਣਾ ਕਰਾਂ। ਜਨ ਧੰਨਾ ਲੇਵਾ ਮੰਗੀ। ਭਗਤ ਧੰਨਾ ਜੀ ਕਹਿੰਦੇ ਮੈਂ ਸਭ ਕੁਝ ਆਪ ਜੀ ਦੇ ਕੋਲੋਂ ਮੰਗਣਾ ਕਰਦਾ ਹਾਂ। ਗੁਰਮੁਖੋ ਇੱਥੇ ਇਹ ਜਿਹੜਾ ਰਾਗ ਹੈ ਨਾ ਇਹ ਸਮਾਪਤ ਹੋਇਆ, ਧਨਾਸਰੀ ਰਾਗ।
5 ਸ਼ਬਦ ਆਪਾਂ ਭਗਤ ਕਬੀਰ ਸਾਹਿਬ ਦੇ ਸਰਵਣ ਕੀਤੇ ਤੇ 5 ਹੀ ਸ਼ਬਦ ਆਪਾਂ ਭਗਤ ਨਾਮਦੇਵ ਦੇ ਸਰਵਣ ਕੀਤੇ ਨੇ। 3 ਸ਼ਬਦ ਭਗਤ ਰਵਿਦਾਸ ਜੀ ਦੇ ਆਪਾਂ ਸਰਵਣ ਕੀਤੇ ਨੇ। 1 ਸ਼ਬਦ ਭਗਤ ਤਰਲੋਚਨ ਜੀ ਦਾ, 1 ਸ਼ਬਦ ਭਗਤ ਸੈਨ ਜੀ ਦਾ, 1 ਸ਼ਬਦ ਭਗਤ ਪੀਪਾ ਜੀ ਦਾ ਤੇ 1 ਸ਼ਬਦ ਭਗਤ ਧੰਨਾ ਜੀ ਦਾ ਸਰਵਣ ਕੀਤਾ। ਇੱਥੇ ਰਾਗ ਸੰਪੂਰਨ ਹੋਇਆ। ਕੱਲ੍ਹ ਨੂੰ ਜੈਤਸਰੀ ਰਾਗ ਦੀ ਪ੍ਰਾਰੰਭਤਾ ਹੋਵੇਗੀ, ਉਹਦੀ ਵਿਚਾਰ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ, ਜੋ ਵੈ ਸਾਹਿਬ ਸਿਓ ਮੇਲੋ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ